गुरमुखो आवाज क्लीयर है? टेलीग्राम वाले गुरमुख आवाज क्लीयर है? टेलीग्राम वाला गुरमुख बोलेगा आवाज क्लीयर आ रही है वाहगुरू। ठीक है जी वाहगुरू, ਇਹਦੀ ਆਵਾਜ਼ ਕਲੀਅਰ ਆ ਰਹੀ ਵਾਹਿਗੁਰੂ। ਇਸ ਬਿਮਾਰ ਦੀ ਗੁਰਚਰਨ ਸਿੰਘ ਵਾਲੀ ਦੀ ਆ ਰਹੀ ਹੈ ਕਲੀਅਰ ਵਾਹਿਗੁਰੂ। ਤੁਹਾਡਾ ਗੁਰਮੁਖ ਜਿਹੜਾ ਇੱਥੇ ਨੈਟਵਰਕ ਵਧੀਆ ਉਹਦਾ ਮੋਬਾਈਲ ਦੇ ਦਿਓ। ਤੁਹਾਡਾ ਅੱਗੇ ਟੈਲੀਗ੍ਰਾਮ ਨਾਲ ਮਿਲਿਆ ਹੋਇਆ ਹੈ। ਇਹਦੀ ਆਵਾਜ਼ ਕਲੀਅਰ ਆ ਰਹੀ ਹੈ ਤੁਹਾਡਾ? ਵਾਹਿਗੁਰੂ 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 ਵਾਹਿਗੁਰੂ। हाँ जी गुरमुखो यदि आवाज़ दसो, टैलीग्राम वाले गुरमुखों को बेनती है। जिहड़ा गुरमुख पहला बोल रहा सी, हाँ जी सतनाम सिंह जी आवाज़ क्लीयर है? चलो शुक्र है, शुक्र है। वाहिगुरू वाहिगुरू वाहिगुरू। गुरमुख थोड़ा सा इधर ਨੂੰ ਹਟ, ਸਾਹਮਣੇ ਜਾਵਾਂਗੇ ਨਾ ਜਦੋਂ ਆਪਾਂ ਉਸ ਗੱਲ ਹੋਰ ਬਣਦੀ ਹੈ। परम सत्कारयोग गुरु प्यारे गुरु सवारी गुरु दा ही रूप साध संगत जियो रचना नूं करो पवित्र। गज वज के बोलो वाहिगुरू जी का खालसा वाहिगुरू जी की फतेह। सारे ही जीव वड्डियां भागां वाले जिन्हां नूं घोर कलयुग दे अंदर अकाल पुरख वाहिगुरू ने सत संगत दीआं घड़ियां बख्शिश कीतियां अते सत संगत भी वो दित्ती जो पातशाह गुरबाणी दे विच समझाउणा करदे ने। जिस संगत दे विच सिर्फ नाम दा विग्यान है, नाम दी महिमा है, वो संगत आपां नूं प्राप्त हो। इस करके सारे ही जीव वड्डियां भागां वाले हैं। मेरा मालिक कृपा करे, रहम करे, तरस करे। इसे तरीके नाल असी नाम जपते रहिए। जो साडी जिंदगी बच गई, जो साडे सवास अधूरे है बाकी है, असी उन्हां नूं मालिक दे लेखे ला सकीए। पहला ते गुरमुखो असी जाने अनजाने दे विच पता नहीं किन्ने क पाप कर चुके हैं, किन्ना क असी बैर विरोध कर चुके हैं, पता नहीं किन्नी क आपां निंदिया कर चुके हैं। पर साडा पिता कृपालु है, दयालु है, वो माफ भी कर देता है। पर जे असी माफ कराउण ते लायक हो जाइए, एक गल नूं याद रखियो, जिहड़े जीव ये सोच के नाम नहीं जपते कि असी ते बड़े पापी हाँ,
ਅਸੀਂ ਤੇ ਪਤਾ ਨਹੀਂ ਕਿੰਨੇ ਕੁ ਪਾਪ ਕੀਤੇ ਹੋਏ ਆ, ਸਾਨੂੰ ਮਾਲਕ ਨਹੀਂ ਮਿਲ ਸਕਦਾ। ਨਹੀਂ ਗੁਰਮੁਖੋ, ਅਸੀਂ ਇੰਨੇ ਪਾਪੀ ਨੇ। ਸਾਡਾ ਪਿਤਾ ਤੇ ਬੜੇ ਬੜੇ ਪਾਪੀਆਂ ਨੂੰ ਤਾਰ ਦਿੰਦਾ ਹੈ, ਬੜੇ ਬੜੇ ਪਾਪੀਆਂ ਤੇ ਰਹਿਮ ਕਰ ਦਿੰਦਾ ਹੈ। ਸਾਡੇ ਸਾਹਮਣੇ ਇਤਿਹਾਸ ਗਵਾਹ ਹੈ, ਜਿਉਂਦੀ ਜਾਗਦੀ ਮਿਸਾਲ ਹੈ। ਸੱਜਣ ਠੱਗ ਦੁਨੀਆ ਦੇ ਵਿੱਚ ਮਸ਼ਹੂਰ ਹੋਏ ਆ ਠੱਗੀਆਂ ਮਾਰਨ ਦੇ ਵਿੱਚ। ਪਤਾ ਨਹੀਂ ਕਿੰਨੀਆਂ ਕੁ ਠੱਗੀਆਂ ਮਾਰੀਆਂ ਨੇ। ਸੱਜਣ ਠੱਗ ਦੁਨੀਆ ਦੇ ਵਿੱਚ ਮਸ਼ਹੂਰ ਹੋਏ ਠੱਗੀਆਂ ਮਾਰਨ ਦੇ ਵਿੱਚ। ਮੇਰਾ ਪਿਤਾ ਕਿਰਪਾਲੂ ਦਿਆਲੂ ਸੱਜਣ ਠੱਗ ਨੂੰ ਮਾਫ ਕਰਕੇ ਉਸ ਨੂੰ ਜਗ੍ਹਾ ਪਤਾ ਕਿੱਥੇ ਦਿੱਤੀ ਹੈ? ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਐਡਾ ਕਿਰਪਾਲੂ ਐਡਾ ਦਿਆਲੂ ਹੈ ਆਪਣਾ ਪਿਤਾ ਗੁਰੂ। ਅਸੀਂ ਤਾਂ ਕੋਈ ਗੱਲ ਹੀ ਨਹੀਂ ਕੀਤੀ, ਅਸੀਂ ਐਡੇ ਪਾਪੀ ਸੀ। ਫਿਰ ਸਦਨੇ ਕਸਾਈ ਨੂੰ ਮਾਫ ਕਰਤਾ, ਗਨਕਾ ਨੂੰ ਮਾਫ ਕਰਤਾ, ਔਦੇ ਰਾਕਸ਼ ਨੂੰ ਮਾਫ ਕਰਤਾ। ਮੇਰਾ ਪਿਤਾ ਬੜਾ ਕਿਰਪਾਲੂ ਹੈ, ਬੜਾ ਦਿਆਲੂ ਹੈ, ਆਪਣੇ ਗੁਣ ਵੀ ਬਖਸ਼ ਦਿੰਦਾ। ਇਸੇ ਕਰਕੇ ਆ ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਆਖੇ, ਹਮ ਅਵਗੁਣ ਭਰੇ ਏਕ ਗੁਣ ਨਾ। ਆਪਾਂ ਵੀ ਅਵਗੁਣਾਂ ਦੇ ਤੇ ਭਰੇ ਹੋਏ ਆ, ਗੁਣ ਤੇ ਸਾਡੇ ਵਿੱਚ ਵੀ ਕੋਈ ਨਹੀਂ। ਪਰ ਜੇ ਅਸੀਂ ਮਾਲਕ ਦੀ ਸ਼ਰਨ ਪੈ ਗਏ, ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਈਏ, ਆਪਣੀ ਗਲਤੀ ਦਾ ਅਹਿਸਾਸ ਕਰ ਲਈਏ, ਤਾਂ ਸੱਜਣ ਠੱਗ ਦੀ ਤਰ੍ਹਾਂ ਆਪਾਂ ਨੂੰ ਵੀ ਸਾਡੇ ਪਿਤਾ ਨੇ ਮਾਫ ਕਰ ਦੇਣਾ, ਆਪਣੇ ਤੇ ਵੀ ਤਰਸ ਕਰਨਾ, ਆਪਣੇ ਤੇ ਵੀ ਰਹਿਮ ਕਰਨਾ। ਫਿਰ ਪਾਤਸ਼ਾਹ ਗੁਰਬਾਣੀ ਚ ਕਹਿੰਦੇ ਜੇ ਤੁਸੀਂ ਪ੍ਰੀਤ, ਜੇ ਤੁਸੀਂ ਦੋਸਤੀ ਉਸ ਸ਼ਹਿਨਸ਼ਾਹ ਦੇ ਨਾਲ ਲਾ ਲਓ, ਉਸ ਮਾਲਕ ਦੇ ਨਾਲ ਲਾ ਲਓ, ਫਿਰ ਤੇ ਕਹਿੰਦੇ ਕੋਈ ਦੁੱਖ ਹੋ ਹੀ ਨਹੀਂ ਸਕਦਾ, ਕੋਈ ਦਰਦ ਕਹਿੰਦੇ ਹੋ ਹੀ ਨਹੀਂ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਜਾਂ ਕੀ ਪ੍ਰੀਤ ਗੋਬਿੰਦ ਸਿੰਘ ਲਾਗੀ। ਉਸ ਮਾਲਕ ਦੇ ਨਾਲ ਜੇ ਸਾਡੀ ਕਿਤੇ ਪ੍ਰੀਤ ਲੱਗ ਜਾਵੇ, ਜਾਂ ਕੀ ਪ੍ਰੀਤ ਗੋਬਿੰਦ ਸਿੰਘ ਲਾਗੀ, ਤਾਂ ਕਾ ਦੁੱਖ ਦਰਦ ਭਰਮ ਤਾਂ ਕਾ ਭਾਗੀ। ਦੁੱਖ ਦਰਦ ਭਰਮ ਤਾਂ ਕਾ ਭਾਗੀ। ਹੁਣ ਕਿੰਨੇ ਬੰਦੇ ਆਪਾਂ ਪੀੜਤਾਂ ਦੁੱਖਾਂ ਦੇ ਨਾਲ, ਕਿਸੇ ਨੂੰ ਦੁੱਧ ਦਾ ਦੁੱਖ, ਕਿਸੇ ਨੂੰ ਪੁੱਤ ਦਾ ਦੁੱਖ, ਕਿਸੇ ਨੂੰ ਨੂੰਹ ਦਾ ਦੁੱਖ, ਕਿਸੇ ਨੂੰ ਸਰੀਰਕ ਦੁੱਖ, ਆਪਾਂ ਦੁੱਖਾਂ ਦੇ ਵਿੱਚ। ਉਸ ਤੋਂ ਜ਼ਿਆਦਾ ਅਸੀਂ ਭਰਮਾਂ ਦੇ ਵਿੱਚ ਆ, ਭੁਲੇਖਿਆਂ ਦੇ ਵਿੱਚ ਆ। ਅਸੀਂ ਕਹਿ ਦਿੰਦੇ ਹਾਂ ਮੇਰੀ ਨੂੰਹ ਮਾੜੀ ਹੈ, ਮੇਰਾ ਜਵਾਈ ਮਾੜਾ ਹੈ, ਮੇਰੀ ਸੱਸ ਮਾੜੀ ਹੈ, ਮੇਰੀ ਸੱਸ ਦੀ, ਮੇਰੀ ਜਨਾਨੀ ਦੀ ਮਾਂ ਮਾੜੀ ਹੈ। ਅਸੀਂ ਇਸੇ ਭਰਮਾਂ ਦੇ ਵਿੱਚ ਪਏ। ਪਰ ਸਾਡਾ ਗੁਰੂ ਕੀ ਕਹਿ ਰਿਹਾ? ਕਹਿੰਦਾ ਤੂੰ ਆਪਣੇ ਔਗਣਾਂ ਨੂੰ ਕਦੇ ਫਰੋੜ ਕੇ ਦੇ। ਅਸੀਂ ਗੁਰਮੁਖੋ ਅੱਜ ਤੱਕ ਆਪਣੇ ਔਗਣ ਛਪਾ ਲੈਂਦੇ ਹਾਂ, ਦੂਜੇ ਦੇ ਔਗਣਾਂ ਨੂੰ ਫਰੋੜਦੇ। ਪਰ ਗੁਰੂ ਕੀ ਕਹਿੰਦਾ? ਕਹਿੰਦਾ ਤੂੰ ਆਪਣੇ ਔਗਣਾਂ ਨੂੰ ਫਰੋੜ, ਫਿਰ ਤੂੰ ਦੂਜੇ ਦੇ ਗੁਣਾਂ ਨੂੰ ਦੇਖ, ਫਿਰ ਤੈਨੂੰ ਪਤਾ ਲੱਗ ਜਾਏਗਾ ਤੂੰ ਔਗਣ ਹਾਰੇ, ਬਾਕੀ ਤੇਰੇ ਨਾਲੋਂ ਸਾਰੇ ਚੰਗੇ। ਇਹ ਗੁਰਮੁਖੋ ਉਦਾਂ ਨਹੀਂ ਗੁਰਬਾਣੀ 'ਚ ਲਿਖਿਆ ਹੋਇਆ। ਜੋ ਕੁਝ ਲਿਖਿਆ ਸਾਡੇ ਗੁਰੂ ਸਾਹਿਬਾਨਾਂ ਨੇ ਨਾ, ਉਹ ਧੁਰ ਦਰਗਾਹੋਂ ਉਹਨਾਂ ਦੇ ਮੁਖ ਤੇ ਆਵਾਜ਼ ਜੋ ਆਈ, ਉਹਨਾਂ ਨੇ ਉਹ ਲਿਖਿਆ। ਪਾਤਸ਼ਾਹ ਕਹਿ ਰਹੇ ਹੈ, ਕਹਿੰਦੇ ਫਰੋੜ ਕੇ ਦੇਖੋ, ਸਭ ਤੋਂ ਬੁਰੇ ਆਪਾਂ ਆਪਣੇ ਨਾਲੋਂ ਸਾਰੇ ਚੰਗੇ ਆ। ਜੇ ਸਾਡੇ ਗੁਰੂ ਸਾਹਿਬਾਨ ਨੇ ਕਹਿ ਦਿੱਤਾ ਅਸੀਂ ਮੰਨ ਲਈਏ, ਜੇ ਤਾਂ ਅਸੀਂ ਮੰਨ ਲਿਆ, ਫਿਰ ਪਤਾ ਕਿੱਡਾ ਵੱਡਾ ਦਰਜਾ ਮਿਲਿਆ ਸਾਨੂੰ, ਕਿੱਡਾ ਵੱਡਾ ਅਹੁਦਾ ਮਿਲਿਆ ਜਿਹੜੇ ਜੀਵਾਂ ਨੇ ਮੰਨ ਲਿਆ। ਪਾਤਸ਼ਾਹ ਕੀ ਕਹਿ ਰਹੀ ਹੈ? ਮੰਨੇ ਕੀ ਗਤ ਕਹੀ ਨਾ ਜਾਏ। ਕਹਿੰਦਾ ਜਿਹੜਾ ਮੰਨ ਲੈ ਨਾ, ਉਹਦੀ ਫਿਰ ਗੱਲ ਕਹੀ ਨਹੀਂ ਜਾ ਸਕਦੀ। ਪਤਾ ਨਹੀਂ ਕਿੰਨਾ ਕੁ ਚੰਗਾ ਇਨਸਾਨ ਨੇ ਜਿਹੜੇ ਮੰਨਣਾ ਸ਼ੁਰੂ ਕਰ ਦਿੱਤਾ। ਆਪਾਂ ਵੀ ਮੰਨਣ ਵਾਲਿਆਂ ਦੇ ਵਿੱਚ ਆ ਗਏ, ਆਪਾਂ ਵੀ ਮੰਨਣ ਦੀ ਆਦਤ ਪਾ ਲਈਏ। ਜੇ ਅਸੀਂ ਮੰਨਣ ਦੀ ਆਦਤ ਪਾ ਲਾਂਗੇ, ਫਿਰ ਆਪਣਾ ਸੱਜਣ
अपना दोस्त कौन है? वो मालिक है। जाका मीत साजन है समिया, तिस जन को कहो कां की कमियां। फिर उसनों किसी चीज की घाट नहीं, किसी चीज की थोड़ नहीं। हुण आपां घाट किहड़ी चीज की महसूस करते हैं? सारिਆਂ ने अंदर झाती मार के देखना। दास जिन्ने भी घरां दे विच जिन्ने भी गुरमुखां नूं मिलदा है, 100 दे विचों 5 गुरमुख ने ਜਿਹੜੇ सिर्फ ये गल कहते हैं कि वीर जी सारा कुछ मालिक ने दिता है, सिर्फ नाम नहीं है, नाम की कृपा होगी जी तां चंगी लगदा है। 100 दे विचों 5, बाकी 95 जीव गुरमुख प्यारे हो जदों मिलते हैं ना, वो अपने आही रंडी रोने लगदे। जदों ये भी पता है असी इस परिवार नूं छड्ड जाना, ये परिवार भी झूठा है, संसार भी झूठा है, आपां भी झूठे हैं। गुरबाणी ने ते साडियां इत्थों तक नेत्र खोल दिते। पातशाह कहते जिहड़े माता पिता ने ना, साडे माता पिता कहते वो भी झूठे हैं। माता पिता भी झूठे कह दिता। तो गुरमुखो असीं किड्डियां किड्डियां आशां, कोई नूंह ते, कोई पुੱਤ ते, कोई दोते ते, कोई पड़ोते ते ला के वो जिहड़ी मंगण वाली चीज है, जे असीं वो मंग लईए अते मेरा पिता कृपालु दयालु सानू वो चीज दे दे, फिर सानू किसी चीज की घाट, किसी चीज की भी घाट नहीं। की मंगना असीं? नाम। नाम मंग लईए अते मेरे मालिक कृपा कर दे, सानू नाम दे दे। जिस दिन तुहाडे पल्ले नाम आ गया, तुसी नाम की अहमियत नूं समझ गए, नाम दे नाल प्यार कर लिया, नाम दे नाल प्यार कर लिया, बाकी सारी दुनिया झूठी मान ली, नाम नूं सच्चा मान लिया, उसे दिन रिद्धियां सिद्धियां तुहाडे आले दुआले हो आले दुआले कहणगियां मंग की मंगना, दस तैनूं की जो। पर आपां ने उत्थे भी संभल जाना, उत्थे भी संभल जाना। असीं उन्हां दे कहे तो भी कुछ नहीं मंगना, उन्हां दे कहे तो कुछ नहीं मंगना। फिर काल ने चाल चलनी, फिर जुगती काल ने अपना देनी। काल ने बगैर मंगिया ही तुहानूं दे देना शुरू कर देना। तुहाडे मन की मुराद पूरी होनी शुरू हो जाएगी। तुसी मन दे विच सोचोगे वो दुनिया का इत्थे दुनियावी धंधा पूरा, अपने नाल अपनी संगत दे विच ये बहुत गुरमुखां दे नाल बनदा है। ਉਹਦੇ ਕੰਮ कोई सोच लिया, वो सोच के बाद पहला काम बन जाता है। कदे कुछ सोच लिया वो बाद सोचते नाल दी नाल काम बन जाता है। कई गुरमुख इतों तक कहते हैं कि वीर जी नाल गल करनी सी, वीर जी ने कदे गल नहीं की, मालिक उन्हां दा फुरना पूरा कर दिंदा है। उधर उदास नूं कह के उन्हां नूं फोन करवा दिंदा। ये सारा कुछ क्यों हुंदा है? क्योंकि उन्होंने कुछ कुछ किते किते नाम मंग लिया, मालिक ने नाम देता। जे आपां भी सारे नाम मंग लीए तो अपने जिहड़े घर के धंधे आ गुरु को बगैर मंगिया बगैर सोचिया अपने आप हो जाए। इस करके दास वल्लों बेनती है, इन्हां सवासां नूं असीं मंग मंगाई दे विच खर्च ना करिए। इन्हां सवासां दे नाल असीं बस नाम जपीए कि मालिका सानू तेरे तो बगैर कुछ नहीं चाहिए। फिर मेरे शहनशाह ने गुरबाणी च लिखे है, जां का मीत साजन है समिया, तिस जन को कहो कां की कमियां। फिर उसनूं किसी चीज की कमी नहीं रहेगी, नहीं रहेगी। ਅਤੇ ਜੇ ਕਿਸੇ ਨੂੰ ਅਜੇ ਵੀ ਯਕੀਨ ਨਹੀਂ ਆਉਂਦਾ, ਜੇ ਕਿਸੇ ਨੂੰ ਅਜੇ ਵੀ ਯਕੀਨ ਨਹੀਂ ਆਉਂਦਾ ਤਾਂ ਉਹ ਜੀਵ 1 ਮਹੀਨਾ
मालिक का नाम जप के। एक महीना भी दास ने ज्यादा कहता, मेरा मालिक ते छिण दे विच नीचों ऊंच करे मेरा गोल। वो तो नीचों ऊंच एक छिण दे विच कर दिंदा, पर तुसी एक महीना उहदे बन के ते देख लो। ਜਿਹੜੇ कह रहे हैं ना साडे घर च कलेश है, मेरा फलाना नहीं बनता, मेरा फलाना नहीं बनता। ठीक है, दुनिया के चंगे ते माड़े दोए प्रकार के इंसान, पर कुछ कमियां साडे विच भी हुंदियां। सानू दूजियां दीयां कमियां नज़र आउंदियां ने, पर अपनी कमी नज़र नहीं आउंदी। थोड़ा जा कोशिश करो अपने अंदरों कमी करो। चलो ये भी छड्ड दो, कमियां भी ना करो, तुसी चंगे हो, बस एक मालिक का नाम जपना शुरू कर दो। एक महीना उस दे बन के देख लो, एक महीने दे विच सारा रंग चेंज हो जाए। जिहड़ा अज तुहाडा दुश्मन है ना, वो तुहाडा मित्र हो जाए। साहिबा ने उदा नहीं गुरबाणी च लिखिया, कुछ तत्त कट के निचोड़ कट के लेके आओ। बादशाह की कह रही है, जे तू मेरा होए रहे, वो भलिया तू बस कहते मेरा हो, जे तू मेरा होए रहे सब जग तेरा हो। कहते आ सारा जग तेरा हो। हुण इत्थे एक पॉइंट आ गया। हुण कईयां दा दिल करदा होना कि असीं मालिक दे बन जाइए, पर बनना किदां है ये नहीं पता लग रहा। मालिक दा बनने दे लई मैं मेरी छड्डनी पैनी, हौमे नूं कड्ढना पैना है। जिन्नी देर असीं हौमे नूं अंदरों नहीं कड्ढदे, उन्नी देर साडे अंदर नाम नहीं बस सकता। नाम की है? वो मालिक के मुख की आवाज। जे नाम साडे अंदर वसेगा तां आपां उसदे होवांगे। हुण नाम नूं अंदर वसाउण दे लई सानू हौमे कड्ढणी पैणी। क्यों? क्योंकि पातशाह ने गुरबाणी दे विच क्लीयर कर दिता, कट कर दिता। पातशाह कहंदे जिथे हौमे है उथे नाम नहीं, जिथे नाम है उथे हौमे। गुरबाणी च दर्ज है, हौमे नावे नाल विरोध है। कहते हौमे दा ते नाम दा विरोध है। हौमे नावे नाल विरोध है, दोए ना बसे एक ठाणी। कहते कि दो कदे एक थां ते नहीं बसते। हुण आपां अपने अंदर झाती मारो कि सानू की चाहिए। आपां नूं चाहिए नाम, आपां नूं हौमे नहीं चाहिए। क्यों? क्योंकि ये हौमे आपां नूं पहलां भी कई बार हरा चुके। कदों हारे, कित्थे हारे, किद्दां हारे। हुण इहदे लई थोड़ा जिहा पिछे जाना पएगा। जिहड़ा आपां इस मातलोक ते आए हां, आपां खेलण दे लई आए होए हां। साडा इत्थे मैच पै है, साडा मैच है, इत्थे खेलदे हां, आपां खेलण वास्ते आए। ये दिन ते रात का खेल है। रात नूं आपां सारे अपने घर चले जाते हैं, सवेरे दिन चढ़ता है आपां इत्थे आ जाते हैं। पर तुसीं किसी ने नहीं मनना भी रात नूं ते असीं आपदे बैड ते हुंदे हां। आपां बैड ते नहीं हुंदे, बैड ते अपना ये पंज भौतिक शरीर हुंदा है। आपां शरीर नहीं है, आपां इस तन दे विच वसन वाली कोई शै जिहड़ी जिहड़ी बोलदी है, चलदी है, देखदी है, जिहड़ी अंतिम वेले इहदे विचों निकल के जांदी है। आपां ते ओह ਉਹਨੂੰ ਗੁਰਬਾਣੀ ਚ ਆਖਿਆ ਮਨ। ਮਨ ਇੱਥੇ ਖੇਲਣ ਦੇ ਲਈ ਆਏ। ਦਿਨ ਤੇ ਰਾਤ ਦਾ ਖੇਲ ਹੈ। ਪਾਤਸ਼ਾਹ ਨੇ ਗੁਰਬਾਣੀ ਚ ਸਮਝਾ ਦਿੱਤਾ। ਪਾਤਸ਼ਾਹ ਨੇ ਕਹਿ ਦਿੱਤਾ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਾਧਨ ਜਗ। ਕਹਿੰਦੇ ਸਾਰਾ ਜਗਤ ਇਸ ਖੇਲ ਨੂੰ ਖੇਲ ਰਿਹਾ,
ਇਹ ਦਿਨ ਦੇ ਰਾਤ ਦਾ ਖੇਡ ਹੈ। ਆਪਾਂ ਇਹ ਖੇਡ ਖੇਡਣ ਦੇ ਲਈ ਇੱਥੇ ਹੁਣੇ ਨਹੀਂ ਆਏ, ਪਹਿਲਾਂ ਵੀ ਕਈ ਵਾਰੀ ਆ ਗਏ, ਆ ਕੇ ਹਾਰ ਜਾਂਦੇ ਸੀ, ਹਾਰ ਕੇ ਫਿਰ ਇੱਥੋਂ ਵਾਪਸ ਚਲੇ ਜਾਂਦੇ। ਕਿੱਥੇ ਜਾਂਦੇ ਸੀ ਵਾਪਸ? 84 ਲੱਖ ਜੂਨਾਂ ਦੇ ਗਧੇ, ਘੋੜੇ, ਕੁੱਤੇ, ਬਿੱਲੇ, ਮੱਖੀ, ਪਸ਼ੂ, ਪੰਛੀ ਬਣਦੇ ਨੇ। ਫਿਰ 84 ਲੱਖ ਦਾ ਗੇੜਾ ਲਾਇਆ, ਫਿਰ ਆ ਗਏ, ਫਿਰ ਹਾਰ ਗਏ, ਫਿਰ ਚਲੇ ਗਏ। ਆ ਹੁਣ ਫਿਰ ਆਪਾਂ ਆ ਗਏ, ਹੁਣ ਵੀ ਆਪਾਂ ਖੇਡਣ ਦੇ ਲਈ ਆਏ ਹਾਂ। ਹੁਣ ਜੇ ਕਿਸੇ ਦੇ ਮਨ ਦੇ ਅੰਦਰ ਮਨ ਜਾਗ ਗਿਆ, ਜਿਹੜੀਆਂ ਆਪਾਂ ਇਹ ਵਿਚਾਰਾਂ ਕਰ ਰਹੇ ਹਾਂ ਨਾ, ਹੁਣ ਇੱਥੇ ਦੋ ਬੰਦੇ ਇਸ ਵਿਚਾਰਾਂ ਨੂੰ ਸੁਣ ਰਹੇ ਆ। ਇੱਕ ਤੇ ਸਾਡਾ ਤਨ ਸੁਣਦਾ, ਇੱਕ ਤਨ ਦੇ ਵਿੱਚ ਮਨ ਹੈ, ਮਨ ਸੁਣਦਾ। ਕਈਆਂ ਦਾ ਤਾਂ ਤਨ ਨਹੀਂ ਸੁਣਦਾ, ਮਨ ਸੁਣ ਰਿਹਾ। ਕਈਆਂ ਦਾ ਮਨ ਨਹੀਂ ਸੁਣਦਾ, ਤਨ ਸੁਣਦਾ। ਕਈਆਂ ਦਾ ਕੁਝ ਵੀ ਨਹੀਂ ਸੁਣਦਾ। ਇਹ ਆਪਣੇ ਤੇ ਨਿਰਭਰ ਹੈ। ਜਿਹਨੇ ਹੁਣ ਆਪਣੇ ਨਾਲ ਫੋਨ ਤੇ ਜੁੜੇ ਹੋਏ ਆ, ਉਹਨਾਂ ਦੇ ਤਨ ਦੂਰ ਬੈਠੇ, ਕਈ ਧੰਦੇ ਕਰ ਰਹੇ ਆ, ਕਈ ਲੰਮੇ ਪਏ ਆ, ਪਰ ਉਹਨਾਂ ਦਾ ਮਨ ਆਪਣੇ ਵਿੱਚ ਹੈ। ਆਪਣਾ ਤਨ ਇੱਥੇ ਬੈਠਾ ਹੈ, ਸਾਡਾ ਮਨ ਬਾਹਰ ਭੱਜ ਜਾਂਦਾ। ਹੁਣ ਗੁਰਮੁਖ ਪਿਆਰਿਓ, ਹਾਰਨਾ ਕਿਹਨੇ ਹੈ? ਇਸ ਮਨ ਨੇ। ਜਿੱਤਣਾ ਕਿਹਨੇ ਹੈ? ਇਸ ਮਨ ਨੇ। ਜਿਹੜਾ ਮਨ ਇਸ ਨੂੰ ਸੁਣ ਰਿਹਾ ਹੈ, ਉਹ ਜਿੱਤ ਜਾਏਗਾ ਇਸ ਖੇਡ ਨੂੰ। ਉਹ ਸਮਝ ਜਾਏਗਾ ਕਿ ਮੈਂ ਪਹਿਲਾਂ ਕਈ ਵਾਰੀ ਹਾਰ ਗਿਆ। ਆਪਾਂ ਕਿਉਂ ਹਾਰੇ? ਪਹਿਲਾਂ ਆਪਾਂ ਨੇ ਹਉਮੈ ਅੰਦਰੋਂ ਨਹੀਂ ਕੱਢੀ। ਆਪਾਂ ਹਉਮੈ ਦਾ ਸਾਥ ਨਹੀਂ ਛੱਡਿਆ। ਹਉਮੈ ਦੇ ਨਾਲ ਆਪਾਂ ਸਾਥ ਕਿਹਦਾ ਨਹੀਂ ਛੱਡਿਆ? ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਝੂਠ ਦਾ, ਬਕਾਰ ਦਾ, ਧਰੋਹ ਦਾ, ਅਸੀਂ ਇਹਨਾਂ ਦਾ ਸਾਥ ਨਹੀਂ ਛੱਡਿਆ। ਇਹਨਾਂ ਕਰਕੇ ਆਪਾਂ ਹਾਰਦੇ ਰਹੇ। ਇਹ ਸਾਰਾ ਕੁਝ ਗੁਰਬਾਣੀ ਦੇ ਵਿੱਚ ਦਰਜ ਹੈ। ਆਪਾਂ ਆਪਣੇ ਪੱਲੇ ਉੱਤੇ ਨਹੀਂ ਕੁਝ ਵੀ ਬੋਲ ਰਹੇ। ਪਾਤਸ਼ਾਹ ਕਹਿ ਰਹੇ ਹੈ, ਕਾਮ, ਕ੍ਰੋਧ, ਲੋਭ, ਮੋਹ, ਝੂਠ, ਵਿਕਾਰ, ਮਹਾ ਲੋਭ, ਧਰੋਹ, ਐਹੂ ਜੁਗਤ। ਕਹਿੰਦੇ ਆ ਜੁਗਤੀ ਅਪਣਾਉਂਦੇ ਰਹੇ ਅਸੀਂ ਪਹਿਲਾਂ। ਐਹੂ ਜੁਗਤ ਵਿਹਾਨੇ ਕਈ ਜਨਮ। ਕਹਿੰਦੇ ਇਸ ਜੁਗਤੀ ਦੇ ਨਾਲ ਕਈ ਜਨਮ ਸਾਡੇ ਬੀਤ ਗਏ। ਅਸੀਂ ਹਾਰਦੇ ਰਹੇ। ਜਦ ਇੱਥੋਂ ਵਾਪਸ ਜਾਂਦੇ ਸੀ, ਹਾਰ ਜਾਂਦੇ ਸੀ, ਵਾਪਸ ਚਲੇ ਜਾਂਦੇ ਸੀ। ਹੁਣ ਆਪਾਂ ਕੀ ਕਰਨਾ ਗੁਰਮੁਖੋ? ਹੁਣ ਮਾਲਕ ਦੇ ਅੱਗੇ ਬੇਨਤੀ ਜੋਤਦੀ ਕਰੋ, ਮੇਰੇ ਮਾਲਕਾ, ਅਸੀਂ ਇਸ ਵਾਰ ਹਾਰੀਏ ਨਾ, ਅਸੀਂ ਇਸ ਵਾਰ ਜਿੱਤੀਏ। ਹੁਣ ਜੇ ਜਿੱਤ ਕੇ ਜਾਣ ਦੀ ਕਿਸੇ ਦੇ ਮਨ ਦੇ ਅੰਦਰ ਲਾਲਸਾ ਹੈ, ਤਾਂ ਉਹ ਸੁੱਤੇ ਪਏ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰੋ। ਸਾਡਾ ਮਨ ਅਜੇ ਵੀ ਸੁੱਤਾ ਪਿਆ ਹੈ, ਅਜੇ ਵੀ ਸਾਡਾ ਮਨ ਸੁੱਤਾ ਪਿਆ। ਉਹ ਸੱਚ ਨਹੀਂ। ਜੇ ਸਾਡਾ ਮਨ ਜਾਗਦਾ ਹੋਵੇ, ਕਹਾਣੀ ਆਪਣੀ ਚੱਲਦੀ ਹੋਵੇ, ਤੇ ਫਿਰ ਉਹ ਬੰਦੇ ਦਾ ਧਿਆਨ ਪੂਰਾ ਬੜਾ ਨਹੀਂ ਜਾਂਦਾ। ਕਿਉਂ? ਆਪਣੀ ਕਹਾਣੀ ਚੱਲ ਰਹੀ ਹੈ ਨਾ। ਜਦੋਂ ਆਪਣੀ ਕਹਾਣੀ ਚੱਲ ਰਹੀ ਹੈ, ਫਿਰ ਉਹਦਾ ਧਿਆਨ ਪੂਰਾ ਪੂਰਾ ਕਿੱਦਾਂ ਚੱਲ ਜਾਏਗਾ ਜੇ ਉਹ ਜਾਗਦਾ ਹੈ। ਹੁਣ ਸਾਡੇ ਮਨ ਪੂਰਾ ਪੂਰਾ ਅਜੇ ਕਿਉਂ ਭੱਜਦੇ ਆ? ਅਸੀਂ ਸੱਜੇ ਖੱਬੇ ਕਿਉਂ ਦੇਖਦੇ ਆ? ਤਾਂ ਦੇਖਦੇ ਆ ਸਾਡੇ ਮਨ ਚੰਗੀ ਤਰ੍ਹਾਂ ਅਜੇ ਜਾਗੇ ਨਹੀਂ, ਮਨ ਸਾਡੇ ਸੁੱਤੇ ਪਏ ਆ। ਜਿੰਨੀ ਦੇਰ ਗੁਰਮੁਖੋ ਮਨ ਸੁੱਤੇ ਆ, ਜਾਗੇ ਨਹੀਂ, ਸਮਝ ਲਓ ਆਪਾਂ ਹਾਰ ਜਾਵਾਂਗੇ, ਫਿਰ ਹਾਰ ਜਾਵਾਂਗੇ। ਕੋਸ਼ਿਸ਼ ਕਰੋ ਇਸ ਮਨ ਨੂੰ ਜਗਾਉਣ ਦੀ, ਇਸ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰੋ। ਕਿਵੇਂ ਜਾਗੇਗਾ? ਸਿਮਰਨ ਦੇ ਦੁਆਰਾ ਜਾਗੇ। ਹੁਣ ਕਈ ਗੁਰਮੁਖ ਕਹਿੰਦੇ ਆ, ਵੀਰ ਜੀ ਕੋਈ ਸਿਮਰਨ ਦੀ ਹੱਦ ਵੀ ਹੁੰਦੀ ਹੈ। ਤੁਸੀਂ ਤੇ ਸਾਰਾ ਦਿਨ ਹੀ ਕਹੀ ਜਾਂਦੇ ਹੋ ਸਿਮਰਨ ਕਰੀ ਚੱਲ, ਸਿਮਰਨ। ਉਹ ਗੁਰਮੁਖੋ ਮੈਂ ਨਹੀਂ ਕਹਿੰਦਾ। ਜਦੋਂ ਅਸੀਂ ਸਾਰਾ ਦਿਨ ਸਵਾਸ ਖਰਚ ਕਰ ਰਹੇ ਹਾਂ, ਅਸੀਂ ਸਾਰਾ ਦਿਨ ਆਕਸੀਜਨ ਹਵਾ ਅੰਦਰ ਲੈ ਕੇ ਜਾਂਦੇ ਹਾਂ, ਉਸ ਨੂੰ ਕਾਰਬਨ ਡਾਈਆਕਸਾਈਡ ਕਰਕੇ ਬਾਹਰ ਕੱਢ ਦਿੰਦੇ ਹਾਂ। ਅਸੀਂ ਸਾਰਾ ਦਿਨ ਗੰਦ ਪਾਉਣ ਨੂੰ ਨਹੀਂ ਹਟਦੇ। ਇਸ ਗੰਦ ਨੂੰ ਸਾਫ਼ ਵੀ ਤਾਂ ਕਿਵੇਂ ਕਰਨਾ ਹੈ ਨਾ। ਇਹ ਸਾਫ਼ ਹੋਏਗਾ ਸਿਮਰਨ ਕਰ ਕਰਕੇ।
ਜਦੋਂ ਅਸੀਂ ਮਾਲਕ ਸਾਨੂੰ ਸਵਾਸ ਦੇ ਰਹੇ, ਅਸੀਂ ਉਹਨੂੰ ਯਾਦ ਦੇਣਾ ਕਰਨਾ ਕਿਵੇਂ ਭੁੱਲੀਏ? ਜਦੋਂ ਉਹ ਸਾਨੂੰ ਸਵਾਸ ਦਿੰਦਾ ਨਹੀਂ ਭੁੱਲਦਾ, ਆਪਣਾ ਤੇ ਸਰ ਜਾਂਦਾ ਹੈ। ਆਪਾਂ ਮਾਲਕ ਨੂੰ ਯਾਦ ਨਹੀਂ ਕਰਦੇ 2 ਘੰਟੇ 4 ਘੰਟੇ 10 ਘੰਟੇ 2 ਦਿਨ। ਉਹ ਮਾਲਕ ਨੇ ਜੇ ਆਪਾਂ ਨੂੰ 5 ਮਿੰਟ ਵੀ ਭੁੱਲ ਗਿਆ ਨਾ, ਆਪਾਂ ਡੈਡ ਬੋਡੀ ਹੋ ਜਾਵਾਂਗੇ, ਆਪਾਂ ਡੈਡ ਬੋਡੀ ਹੋ ਜਾਵਾਂਗੇ। ਮਾਲਕ ਸਾਹ ਦੇ ਰਹੇ ਆਪਾਂ ਨੂੰ, ਆਪਾਂ ਇਸ ਖਾਲੀ ਖਲਾ ਦੇ ਵਿੱਚੋਂ ਸਾਹ ਲੈਣ ਦੀ ਸਾਡੀ ਔਕਾਤ ਨਹੀਂ ਕਿ ਅਸੀਂ ਆਪਣੀ ਮਰਜ਼ੀ ਨਾਲ ਸਾਹ ਲਈਏ। ਇੱਥੇ ਮੇਰਾ ਮਾਲਕ ਬੈਠਾ ਸਾਨੂੰ ਸਵਾਸ ਦੇ ਰਿਹਾ। ਜੇ ਸਾਡਾ ਮਾਲਕ ਸਾਨੂੰ 5 ਮਿੰਟ ਵੀ ਭੁੱਲ ਗਿਆ, 5 ਮਿੰਟਾਂ ਦੇ ਬਾਅਦ ਆਪਾਂ ਡੈਡ ਹੋ ਗਏ। ਤੂੰ ਸਵਾਸ ਦੇ ਰਿਹਾ ਤਾਂ ਜਿੰਦਾ ਰਹਿ ਰਹੇ ਆਪਾਂ। ਫਿਰ ਅਸੀਂ ਉੱਤੇ ਅਹਿਸਾਨ ਕਰਦੇ ਹਾਂ ਕਿ ਅਸੀਂ ਤੇਰਾ ਸਿਮਰਨ ਨਹੀਂ ਸਾਰੀ ਜ਼ਿੰਦਗੀ ਕਰ ਸਕਦੇ, ਸਾਰਾ ਦਿਨ ਨਹੀਂ ਕਰ ਸਕਦੇ। ਚਲੋ ਸਿਮਰਨ ਨਹੀਂ ਕਰ ਸਕਦੇ, ਦੇਖ ਦੇਖ ਕੇ ਸੇਵਾ ਕਰ ਲਓ, ਦੇਖ ਦੇਖ ਕੇ ਨਹੀਂ ਕਰ ਸਕਦੇ, ਸੁਣ ਸੁਣ ਕੇ ਸੇਵਾ ਕਰ ਲਓ। ਕੋਈ ਤਾਂ ਕਰੋ। ਗੁਰਮੁਖੋ ਜੇ ਭਗਤ ਬਣਨਾ, ਜੇ ਭਗਤ ਬਣਨਾ ਹੈ ਤਾਂ ਕੁਝ ਨਾ ਕੁਝ ਚੇਂਜ ਕਰਨਾ ਪਊਗਾ, ਤਬਦੀਲੀ ਕਰਨੀ ਪਊਗੀ। ਜੇ ਇਸ ਖੇਡ ਨੂੰ ਜਿੱਤਣਾ ਹੈ ਨਾ ਤਾਂ ਤਬਦੀਲੀ ਕਰਨੀ ਪਊਗੀ। ਭਗਤਾਂ ਤੇ ਸੰਸਾਰੀਆਂ ਦਾ ਆਪਸ ਦੇ ਵਿੱਚ ਮੇਲ ਜੋੜ ਨਹੀਂ ਪੈਂਦਾ। ਸੰਸਾਰੀ ਕੁਝ ਹੋਰ ਗੱਲਾਂ ਕਰਦੇ ਆ, ਭਗਤ ਕੁਝ ਹੋਰ ਗੱਲਾਂ ਕਰਦੇ ਆ। ਇਸ ਕਰਕੇ ਪਾਤਸ਼ਾਹ ਨੇ ਕਹਿਤਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਹੀਂ ਆਇਆ। ਹੁਣ ਆਪਾਂ ਕੌਣ ਆ? ਆਪਾਂ ਸੰਸਾਰੀ ਨਹੀਂ ਬਣਨਾ, ਆਪਾਂ ਨੇ ਭਗਤ ਬਣਨਾ। ਸੰਸਾਰੀ ਬਣ ਕੇ ਆਪਾਂ ਪਹਿਲਾਂ ਕਈ ਜਨਮ ਬਤੀਤ ਕਰ ਲਏ, ਕਈ ਜਨਮ ਹਾਰਦੇ ਗਏ। ਆਪਾਂ ਹੁਣ ਹਾਰਨਾ ਨਹੀਂ, ਇਹ ਦਿਨ ਤੇ ਰਾਤ ਦਾ ਖੇਲ ਹੈ। ਆਪਾਂ ਇਸ ਖੇਲ ਨੂੰ ਜਿੱਤ ਕੇ ਜਾਣਾ। ਜਦੋਂ ਆਪਾਂ ਇਸ ਖੇਲ ਨੂੰ ਜਿੱਤਣਾ ਸ਼ੁਰੂ ਕਰ ਦਿੱਤਾ, ਫਿਰ ਮਾਲਕ ਸਾਨੂੰ ਨਿਸ਼ਾਨੀਆਂ ਦੇਗਾ, ਨਿਸ਼ਾਨੀਆਂ ਭੇਜੇਗਾ ਕਿ ਲੈ ਪੁੱਤ ਆ ਮੇਰੇ ਵੱਲੋਂ ਤੋਹਫਾ। ਕੀ ਤੋਹਫਾ? ਹਾਰ ਰਸ, ਨਾਮ ਰਸ, ਅਨਹਦ ਬਾਣੀ, ਸ਼ਬਦ ਕਨੇਰੇ, ਸਹਿਜ ਧੁਨ ਸਾਡੇ ਅੰਦਰ ਜਗਦੀ ਹੈ। ਮਾਲਕ ਨੇ ਉਹ ਸਾਨੂੰ ਤੋਹਫੇ ਦਿੱਤੇ। ਜਦੋਂ ਮਾਲਕ ਨੇ ਇਹ ਤੋਹਫੇ ਸਾਨੂੰ ਦਿੱਤੇ ਨਾ, ਉਸ ਦਿਨ ਅਸੀਂ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਮਹਿਸੂਸ ਕਰਾਂਗੇ। ਜੇ ਸਾਡੇ ਕੋਲੇ ਇਹ ਤੋਹਫੇ ਨਹੀਂ, ਸਾਡੇ ਕੋਲੇ ਇਹ ਨਿਸ਼ਾਨੀਆਂ ਨਹੀਂ, ਉਹਦਾ ਦਰਿਆ ਵੀ ਸਾਡੇ ਕੋਲੇ ਧਨ ਦੌਲਤ ਬਹੁਤ ਹੈ, ਪਰ ਯਾਦ ਰੱਖਿਓ ਉਹ ਆਪਣੇ ਕਿਸੇ ਵੀ ਕਰਮ ਦੀ ਨਹੀਂ। ਅੱਜ ਤੱਕ ਦੌਲਤ ਦੇ ਨਾਲ ਕੋਈ ਆਰਾਮ ਦੀ ਨੀਂਦ ਸੌਂ ਨਹੀਂ ਸਕਿਆ। ਬੇਸ਼ੱਕ ਪੈਸੇ ਦੇ ਨਾਲ ਗੱਦੇ ਖਰੀਦ ਲਓਗੇ, ਬੈੱਡ ਖਰੀਦ ਲਓਗੇ, ਸੋਹਣੇ ਹਵਾਦਾਰ ਕਮਰੇ ਬਣਾ ਲਓਗੇ, ਏਸੀ ਲਾ ਲਓਗੇ, ਪਰ ਪੈਸੇ ਨਾਲ ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਨੀਂਦ ਦੇ ਲਈ ਗੋਲੀਆਂ ਖਾਣੀਆਂ ਪੈਣੀਆਂ, ਟੈਬਲੇਟ ਖਾਣੇ ਪੈਣੇ। ਸੁੱਖ ਨਹੀਂ ਮਿਲਦਾ ਪੈਸੇ ਦੇ ਨਾਲ। ਗੁਰਬਾਣੀ ਨੇ ਕਲੀਅਰ ਕਰ ਦਿੱਤਾ, ਜੇ ਸੁੱਖ ਲੈਣਾ ਹੈ ਤਾਂ ਉਹ ਮਾਲਕ ਦਾ ਨਾਮ ਜਪਣਾ ਪਏਗਾ, ਮਾਲਕ ਦਾ ਨਾਮ ਜਪਣਾ ਪਏਗਾ। ਜੇ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਨਿਕਲਣਾ ਹੈ ਤਾਂ ਮਾਲਕ ਦਾ ਨਾਮ ਜਪਣਾ ਪਏਗਾ। ਇਹਨਾਂ ਗੱਲਾਂ ਨੂੰ ਗੁਰਮੁਖੋ ਯਾਦ ਰੱਖੋ। ਜੇ ਹਾਰ ਕੇ ਨਾ ਆਪਾਂ ਹਾਰ ਗਏ ਤਾਂ 84 ਲੱਖ ਪੌੜੀਆਂ ਨੀਚੇ ਜਾਵਾਂ, ਨੀਚੇ। ਇੱਕ ਨਹੀਂ, ਦੋ ਨਹੀਂ, 100 ਨਹੀਂ, 1000 ਨਹੀਂ, 84 ਲੱਖ। ਫਿਰ ਚੜ੍ਹਦੇ 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 ਕਈ ਯੁੱਗ ਲੱਗ ਜਾਣੇ, ਕਈ ਯੁੱਗ ਲੱਗ ਜਾਣੇ। ਜਦੋਂ ਯੁੱਗ ਹੋ ਗਏ ਫਿਰ ਪਤਾ ਨਹੀਂ ਕਿੱਦਾਂ ਦੇ ਏਰੀਏ 'ਚ ਸਾਨੂੰ ਜਨਮ ਮਿਲੇਗਾ। ਰਾਜਸਥਾਨ 'ਚ ਮਿਲੇਗਾ, ਬੰਗਾਲ 'ਚ ਮਿਲੇਗਾ, ਉੜੀਸਾ 'ਚ ਮਿਲੇਗਾ, ਜਰਮਨ 'ਚ ਮਿਲੇਗਾ, ਕੈਨੇਡਾ 'ਚ ਮਿਲੇਗਾ। ਇਹ ਸਾਡਾ ਕੋਈ ਗੁਰੂ ਹੋਏਗਾ, ਕਿੱਦਾਂ ਹੋਏਗਾ? ਗੁਰਮੁਖ ਪਿਆਰਿਓ, ਫਿਰ ਇਹ ਅਸੀਂ ਦੁੱਖ ਦੇ ਵਿੱਚ ਤਰਸਾਂਗੇ, ਤੜਫਾਂਗੇ, ਮਾਲਕ ਨੂੰ ਯਾਦ ਕਰਾਂਗੇ, ਦੂਰ ਦਹਾਈ ਪਾਵਾਂਗੇ। ਹੁਣ ਇਸ ਵਕਤ ਨੂੰ ਹੱਥੋਂ ਨਾ ਗਵਾਓ।
ਹੁਣ ਸਾਡੇ ਕੋਲੇ ਬਹੁਤ ਸੁਨਹਿਰੀ ਮੌਕਾ ਹੈ। ਆਪਾਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਜਿਹਦੇ ਵਿੱਚ ਸਪਸ਼ਟ ਗੱਲਾਂ ਲਿਖੀਆਂ ਨੇ। ਐਦਾਂ ਦਾ ਕਿਸੇ ਵੀ ਧਰਮ ਦੇ ਕੋਲੇ ਗ੍ਰੰਥ ਨਹੀਂ ਹੈ ਕਿ ਜਿਹੜਾ ਉਸ ਦੀ ਜਨਮ ਭਾਸ਼ਾ ਦੇ ਵਿੱਚ ਲਿਖਿਆ ਹੋਵੇ। ਹੁਣ ਹਿੰਦੂ ਵੀਰ ਨੇ, ਉਹਨਾਂ ਕੋਲੇ ਗ੍ਰੰਥ ਹੈ ਜਿਹੜਾ ਉਹ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ। ਸੰਸਕ੍ਰਿਤ ਉਹ ਪੜ੍ਹਨ ਨਹੀਂ ਜਾਣਦੇ, ਉਹਨਾਂ ਨੂੰ ਉਹੀ ਬਸ ਉਹਨਾਂ ਦਾ ਗ੍ਰੰਥ ਪੜ੍ਹ ਕੇ ਸੁਣਾਉਂਦੇ ਨੇ ਜਿਹੜੇ ਸੰਸਕ੍ਰਿਤ ਜਾਣਦੇ ਨੇ, ਜਿਹੜੇ ਉਹਨਾਂ ਦੇ ਪੰਡਤ ਨੇ। ਆਪਣੇ ਕੋਲੇ ਤੇ ਵੱਡੇ ਭਾਗ ਨੇ, ਆਪਾਂ ਨੂੰ ਆਪਣੀ ਜਨਮ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖੇ ਹੋਏ ਮਿਲ ਗਏ ਅਤੇ ਸਭ ਤੋਂ ਵੱਧ ਸਪਸ਼ਟ ਸ਼ਬਦਾਂ ਦੇ ਵਿੱਚ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਮਝਾਇਆ। ਇਸ ਕਰਕੇ ਗੁਰਮੁਖ ਪਿਆਰੇ ਕੋਸ਼ਿਸ਼ ਕਰੋ ਕਿ ਆਪਾਂ ਇਸ ਜਨਮ ਨੂੰ ਜਿੱਤ ਕੇ ਜਾਈਏ। ਜੇ ਕਿਸੇ ਨੇ ਕਿਸੇ ਪ੍ਰਕਾਰ ਦਾ ਵੀ ਸੁੱਖ ਲੈਣਾ, ਬਸ ਉਹ ਨਾਮ ਜਪੇ। ਕਿਸੇ ਨੇ ਆਪਣਾ ਦੁੱਖ ਹਟਾਉਣਾ, ਕੋਈ ਦੁੱਖ ਚਿੰਬੜਿਆ ਹੋਇਆ, ਉਹ ਨਾਮ ਜਪੇ। ਕਿਸੇ ਦੇ ਘਰੇ ਕਲੇਸ਼ ਹੈ, ਉਹ ਨਾਮ ਜਪੇ। ਨਹੀਂ ਹੋ ਰਿਹਾ 1 ਮਹੀਨਾ ਇਮਾਨਦਾਰੀ ਦੇ ਨਾਲ ਤੁਸੀਂ ਜਪ ਕੇ ਦੇਖੋ। 1 ਮਹੀਨਾ ਇਮਾਨਦਾਰੀ ਦੇ ਨਾਲ, ਇਹ ਨਾ ਹੋਵੇ ਕਿ ਮੁੱਖ ਤੋਂ ਤਾਂ ਵੈਗਰੂ ਵੈਗਰੂ ਕਹੀ ਜਾਓ ਤੇ ਤੁਹਾਡਾ ਮਨ ਉਸ ਨੂੰ ਗਾਲਾਂ ਕੱਢਦਾ ਹੋਵੇ, ਤੁਹਾਡਾ ਮਨ ਚੁਗਲੀ ਚ ਹੋਵੇ, ਤੁਹਾਡਾ ਮਨ ਨਿੰਦਿਆ ਚ ਹੋਵੇ। ਨਾ, 1 ਮਹੀਨਾ ਦੱਸੇ ਤਰੀਕੇ ਦੇ ਅਨੁਸਾਰ ਅਸੀਂ ਨਾਮ ਜਪ ਕੇ ਦੇਖੀਏ। ਮੇਰੇ ਮਾਲਕ ਨੇ ਬਾਰੇ ਨਿਆਰੇ ਕਰ ਦੇਣੇ। ਮੇਰੇ ਮਾਲਕ ਨੇ ਸਾਡਾ ਲੋਕ ਸੁਖੀ ਪਰਲੋਕ ਸਹੇਲੇ ਕਰ ਦੇਣੇ। ਗੁਰਮੁਖੋ ਉਹਦੇ ਹੋ ਕੇ ਤਾਂ ਦੇਖੀਏ, ਆਪਾਂ ਉਹਦੇ ਹੋ ਕੇ ਦੇਖੀਏ। ਉਹ ਤੇ ਬਾਰ-ਬਾਰ ਕਹਿ ਰਹੇ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਉਹ ਕਹਿੰਦਾ ਸਾਰਾ ਜਗ ਹੀ ਤੇਰਾ ਹੋਊਗਾ, ਤੂੰ ਮੇਰਾ। ਇਸ ਕਰਕੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ। ਫਿਰ ਕੀ ਕਰਨਾ ਕੋਸ਼ਿਸ਼ ਦੇ ਵਿੱਚ? ਕੋਸ਼ਿਸ਼ ਦੇ ਵਿੱਚ ਇਹ ਕਰਨਾ ਹੈ ਕਿ ਇੱਕ ਤੇ ਅਸੀਂ ਸਵੇਰ ਦੀ ਸ਼ੁਰੂਆਤ, ਇੱਕ ਸ਼ਾਮ ਦੀ ਸੌਣ ਦੀ ਤਰੀਕਾ, ਇਹ 2 ਤਰੀਕਿਆਂ ਨੂੰ ਅਪਣਾਈਏ। ਹੁਣ ਸ਼ਾਮ ਨੂੰ ਬਹੁਤ ਸਾਰੇ ਗੁਰਮੁਖ ਜਦੋਂ ਸੌਂਦੇ ਆ, ਉਹ ਕੀ ਕਰਦੇ ਹੈ? ਕੀਰਤਨ ਸੋਹਲੇ ਦਾ ਪਾਠ ਕਰਦੇ ਹੈ। ਉਸ ਤੋਂ ਬਾਅਦ ਉਹ ਸੌਣ ਦੀ ਤਿਆਰੀ ਕਰਦੇ। ਕੀਰਤਨ ਸੋਹਲੇ ਦਾ ਪਾਠ ਕਰਕੇ ਫਿਰ ਮੋਬਾਈਲ ਚੱਕ ਲੈਂਦੇ ਆ, ਫਿਰ ਉਸ ਦੇ ਵਿੱਚ ਗੇਮਾਂ, ਪਿਕਚਰਾਂ, ਐਰਾ ਵਗੈਰਾ ਦੇਖਦੇ ਆ। ਦੇਖਦੇ ਜਦੋਂ ਅਸੀਂ ਕੀਰਤਨ ਸੋਹਲਾ ਕਰਕੇ ਦੁਬਾਰਾ ਕੁਝ ਦੇਖਣਾ ਸ਼ੁਰੂ ਕਰਤਾ, ਜਾਂ ਅਸੀਂ ਬੰਦ ਕਰਤਾ ਕੀਰਤਨ ਸੋਹਲਾ ਕਰਕੇ ਦੁਬਾਰਾ ਪੁਰਨਿਆਂ ਦੇ ਵਿੱਚ ਆ ਗਏ, ਸਾਡਾ ਮਨ ਦਸ਼ਾਂ ਦਿਸ਼ਾਵਾਂ ਦੇ ਵੱਲ ਗਏ। ਉਹ ਸਾਰੀ ਰਾਤ ਮਨ ਦਸ਼ਾਂ ਦਿਸ਼ਾਵਾਂ ਦੇ ਵਿੱਚ ਭਵਜਲ ਦੇ ਚੱਕਰ ਲਾਉਂਦਾ ਰਹਿੰਦਾ, ਸਾਨੂੰ ਨੀਂਦ ਆ ਜਾਂਦੀ, ਸਾਡੇ ਸਵਾਸ ਬੇਕਾਰ ਚਲੇ ਜਾਂਦੇ। ਸਾਨੂੰ ਸਾਡੇ ਗੁਰੂ ਦਾ ਉਪਦੇਸ਼ ਹੈ ਕਿ ਜਦੋਂ ਤੁਸੀਂ ਸੌਣਾ ਹੈ ਰਾਤ ਨੂੰ, ਇਸ ਤਨ ਤੋਂ ਅਲੱਗ ਹੋਣਾ ਹੈ ਆਪਾਂ ਨੇ। ਇਹ ਦੇਸ਼ ਨੂੰ ਆਪਾਂ ਨੇ ਛੱਡ ਕੇ ਜਾਣਾ ਹੈ। ਜਦੋਂ ਰਾਤ ਨੂੰ ਆਪਾਂ ਨੇ ਸੌਣਾ ਹੈ, ਇਸ ਦੇਸ਼ ਨੂੰ ਛੱਡ ਕੇ ਜਾਣਾ ਹੈ ਆਪਾਂ ਨੇ। ਜਦੋਂ ਆਪਾਂ ਇਸ ਦੇਸ਼ ਨੂੰ ਛੱਡ ਕੇ ਜਾਣਾ ਹੈ, ਉਦੋਂ ਗੁਰੂ ਦੀ ਮੱਤ ਲੈ ਜਾ ਕਰੋ। ਕਿਹੜੀ? ਅਸੀਂ ਸਿਮਰਨ ਕਰਕੇ ਸੌਣਾ ਹੈ। ਇੱਥੇ ਵੀ 2 ਪੁਆਇੰਟ ਹੈ। ਕੁਝ ਜੀਵ ਹੈਗੇ ਨੇ ਜਿਹੜੇ ਸਿਮਰਨ ਕਰਕੇ ਸੌਂਦੇ, ਪਰ ਦਾਸ ਨੇ ਉਹਨਾਂ ਜੀਵਾਂ ਤੇ ਕਾਟੀ ਵੀ ਇਹ ਕੰਮ ਨਹੀਂ ਕਰਨਾ, ਆਪਾਂ ਸਿਮਰਨ ਕਰਕੇ ਨਹੀਂ ਸੌਣਾ। ਹੋਰ ਕੀ ਕਰਨਾ? ਆਪਾਂ ਨੇ ਸਿਮਰਨ ਕਰਦੇ ਸੌਣਾ। ਇੱਕ ਤੇ ਹੋਇਆ ਨਾ ਸਿਮਰਨ ਕਰਕੇ ਸੌਣਾ। ਜਦੋਂ ਆਪਾਂ ਸਿਮਰਨ ਕਰਕੇ ਹਟ ਜਾਂਦੇ ਆ, ਸਾਡਾ ਮਨ ਫਿਰ ਦਸ਼ਾਂ ਦਿਸ਼ਾਵਾਂ ਵੱਲ ਚਲਿਆ ਜਾਂਦਾ। ਸਾਰੀ ਰਾਤ ਅਸੀਂ ਆਪਣੇ ਸਵਾਸਾਂ ਨੂੰ ਲਟਾਈ ਜਾਂਦੇ ਹਾਂ। ਜਦੋਂ ਅਸੀਂ ਸਿਮਰਨ ਕਰਦੇ ਸੌਵਾਂਗੇ, ਉਦੋਂ ਸਾਡੇ ਮੁਖ ਤੇ ਚੱਲੇਗਾ ਵਾਹਿਗੁਰੂ ਵਾਹਿਗੁਰੂ। ਜਿਵੇਂ ਮੇਰਾ ਹੱਥ ਚੱਲਦਾ, ਏਦਾਂ ਸਾਡਾ ਸਵਾਸ ਆਉਂਦਾ ਤੇ ਜਾਂਦਾ। ਅਸੀਂ ਪਹਿਲਾਂ ਪੌਣ ਨੂੰ ਅੰਦਰ ਲੈ ਕੇ ਜਾਂਦੇ ਹਾਂ। ਇਸ ਰਸਤੇ ਪੌਣ ਨਾਭੀ ਤੱਕ ਜਾਂਦੀ ਹੈ। ਵਾਹ, ਇੱਥੋਂ ਤੱਕ ਪੌਣ ਆ ਗਈ, ਇੱਥੋਂ ਟਕਰਾ ਕੇ ਆ ਗਈ ਗੁਰੂ। ਇੱਥੋਂ ਸਵਾਸ ਲਿਆ, ਅਸੀਂ ਇੱਥੇ ਜਮ੍ਹਾਂ ਕਰਾਤਾ। ਹੁਣ ਇਹ ਪ੍ਰਕਿਰਿਆ ਸਾਡੀ ਚੱਲ ਰਹੀ ਹੈ।
ये करते करते साडा मन इथों छाल मारेगा तां साडा मन इथों 10वें दर पे आ जाएगा, इत्थे 10वां दर अते ये साडी प्रक्रिया जिहड़ी सिमरन की ये चलती रही। जदों साडा मन इस नूं छड्ड जाएगा ये एरिए नूं उदों सानूं नींद आएगी। जिन्ना चिर साडा मन ये एरिए दे अंदर है हेठां उन्ना चिर नींद नहीं आउंदी। जदों मन ने ये एरिया छड्डता हुण साडा संबंध किहदा किहदा है, एक ते कौन, एक मन ते दूजा धन, तिन्नां दा संबंध है इस टाइम अपना इकट्ठा। जदों सानूं नींद आ जाती है उस वेले साडा धन दा ते कौन दा संबंध रह जाता है, मन संबंध छड्ड के बाहर आ जाता है, इस जगह ते घूमदा मन। जदों मन इस जगह नूं छड्ड के इत्थे आ गया, सारी रात जिन्नी देर तुसीं पए रहोगे तुहाडा ऑटोमैटिक सिमरन चलदा रहेगा। फिर इत्थे पातशाह कहंदे ये है युक्ति, ऊठत बैठत सोवत जागत। नहीं अगला कहता है कि भी सुते पे सिमरन किवें कर सकते हैं, आ है तरीका सुते पे सिमरन करना। असी सिमरन करते करते सौना, जदों सिमरन करते करते सोवांगे मन इथों छड्ड के 10वें द्वार चला जाएगा, आ खाली घरां दे विच आ जाएगा, सारी रात साडा सिमरन चली जाऊगा। वाह, जदों तुसीं सवेरे उठोगे तुहानूं खुद महसूस होएगा, सवेरे उठ के आप महसूस करोगे कि वीर जी जदों मैं उठिया मेरा सिमरन चल रहा है। ये है तरीका रात नूं सुते पए सवासां नूं संभाल। अते उस तो बाद जदों सवेरे उठण सार उठण दा भाव मन ने इस एरिए नूं छड्ड के फिर अपने इस काया के अंदर प्रवेश करना। मन रात बाहर गया सी, मेहमान सी, वो सवेरे अंदर आएगा इस एरिए। जदों अंदर आएगा तो मन नूं कहना कि पहला परमात्मा के दर्शन कर, पहला परमात्मा के दर्शन कर, होर ना किसी के दर्शन कर। हुण जे मन कित्थे है, नेत्रां दे विच है। जे नेत्र खोलांगे तो आपां नूं संसार में दर्शन हो जाने, पर आपां करने किहदे ने पहला निरंकार। निरंकार के दर्शन करने के लिए फिर सानू गुरु की मत द्वारा सिमरन करना पएगा, सानू सिमरन करना पएगा गुरु की मत द्वारा। जदों असीं सिमरन करांगे फिर की करना, वाह गुरु वाह गुरु 10 मिनट सिमरन करो, बस प्यार के नाल बाजां मार। ऐदां दी आदत बन जानी है। 10 मिनटां दे विच तुहाडे अंदरों अमृत रस चल पैना है, हर रस चल पैना। हर रस अंदरों आएगा। हर रस कित्थे है? अमृत रस कित्थे है? 10वें द्वार दे विच। 10वां द्वार कित्थे है? उच्ची थां ते। उच्ची थां कित्थे है? अपनी आ है। मालक कित्थे है? 10वें द्वार ते, उच्ची थां ते। फिर गुरबाणी च कह दिता, बड़ा साहिब ऊंचा थाओ, ऊंचे उपर ऊंचा ना। बड़ा साहिब कित्थे है? उच्ची थां ते है। आ अपना 10वां द्वार है, इत्थे मालक बैठा है। आ 10वां जोत है, इत्थे जोत जगदी है। इस जगह ते जोत जगदी है। इत्थे अपने अमृतसर सरोवर, इथों अमृतसर सरोवर दे विचों नीचे नूं जल चल पिया, अमृत चल पिया। वो अमृत मन का इशनान करा के फिर अपनी रसना ते आ गई। साडी सवेर की प्रक्रिया पूरी होगी, आपां ने मन का इशनान करा। जदों मन का इशनान हो गया फिर सानू आस्ता आस्ता अज कुछ कल कुछ सवेरे सवेरे प्रकाश रूप मालिक के दर्शन होने शुरू हो जाए। जदों मालिक के दर्शन होने शुरू हो गए समझ लो आपां पए मालिक के हुक्मां दे उत्ते चल पए। बैरी के हुक्मां दा असीं नाश करता, मालिक के हुक्मां दे उत्ते चल पे। साडा सफल मनोरथ पूरा हो गया। साडा जिहड़ा असली मनोरथ सी ना वो साडा पूरा हो गया। जिवें आपां कहंदे दर्शन देख जीवां गुर तेरा,
फिर दर्शन करते हैं आप रोज। इस तरीके नाल शाम नूं भी तरीके नाल इस तन चों बाहर जाया करो। सवेरे सिमरन करते करते दोबारा इस तन दे विच आया करो। जे असी ऐदा ना कीता तां सानूं गुरबाणी दे विच पातशाह ने समझा दिता, पंज पहर वा दर पै रहते उनका नहीं पतियारा। कहते पंज पहरेदार दर ते बैठे आ, जदों मन आके अंदर प्रवेश करूगा ना वो उन्हां चोरां दे ਜਿਹੜੇ ਪਹਿਰੇਦਾਰ ਨੇ ਉਹਨਾਂ ਦੇ ਧੱਕੇ ਚੜ ਜੂਗਾ। ਉਹਨਾਂ ਨੇ ਇਹਨਾਂ ਦੇ ਕੋਲੋਂ ਸਵਾਸਾਂ ਦਾ ਖਜ਼ਾਨਾ ਹੈ ਉਹ ਲੁੱਟ ਲੈਣਾ, ਸਵਾਸਾਂ ਦਾ ਖਜ਼ਾਨਾ ਲੁੱਟ ਲੈਣਾ। ਇਸ ਕਰਕੇ ਗੁਰੂ ਦਾ ਹੁਕਮ ਮੰਨਿਆ, ਗੁਰੂ ਦਾ ਹੁਕਮ ਮੰਨ ਕੇ ਆਪਾਂ ਜਦੋਂ ਜ਼ਿੰਦਗੀ ਜੀਵਾਂਗੇ ਸਾਡੇ ਕੋਲੇ ਸਾਰਿਆਂ ਕੋਲੇ ਜਿਹੜਾ ਇਹ ਖਜ਼ਾਨਾ ਹੈ ਇਹ ਗੁਪਤ ਹੈ। ਇੱਕ ਇੱਕ ਚੀਜ਼ ਤੋਂ ਹੋਰ ਡਰ ਰੱਖਿਆ ਕਰੋ। ਅਸੀਂ ਇਹ ਜਿਹੜਾ ਨਾਮ ਜਪਦੇ ਹਾਂ ਸਾਨੂੰ ਮਾਲਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਭਗਤ ਸਾਧੂ ਸਾਰੇ ਵੇਦ ਸ਼ਸਤਰ ਕਿਉਂ ਕਹਿੰਦੇ ਆ ਕਿ ਤੁਸੀਂ ਬਾਰ-ਬਾਰ ਨਾਮ ਜਪੋ। ਸਾਨੂੰ ਤਾਂ ਕਹਿੰਦੇ ਆ ਬਾਰ-ਬਾਰ ਨਾਮ ਜਪਣ ਦਾ ਤਾਂ ਉਪਦੇਸ਼ ਦਿੰਦੇ ਆ ਕਿ ਜਦੋਂ ਸਾਡਾ ਲਾਸਟ ਸਵਾਸ ਹੋਵੇ ਉਦੋਂ ਸਾਡੇ ਮੁਖ ਦੇ ਵਿੱਚੋਂ ਵਾਹਿਗੁਰੂ ਨਿਕਲੇ। ਬਸ ਆ ਹੈ ਮੇਨ ਮੰਤਰ। ਜਦੋਂ ਸਾਡੇ ਮੁਖ ਦੇ ਵਿੱਚੋਂ ਲਾਸਟ ਸਵਾਸ ਵੇਲੇ ਵਾਹਿਗੁਰੂ ਨਿਕਲ ਗਿਆ ਅਸੀਂ ਇਸ ਜੰਗ ਨੂੰ ਜਿੱਤ ਜਾਵਾਂਗੇ। ਜੇ ਕਿਤੇ ਉਦਾਂ ਅਸੀਂ ਬੇਸ਼ੱਕ ਇੱਥੇ ਨਾਮ ਜਪਦੇ ਰਹੀਏ ਪੁੰਨ ਲਾਉਂਦੇ ਰਹੀਏ ਬਹੁਤ ਕੁਛ ਕੀਤਾ, ਅਸੀਂ ਲਾਸਟ ਅੰਤਮ ਵੇੜਾ ਸੰਭਾਲ ਨਹੀਂ ਸਕੇ। ਅੰਤਮ ਵੇਲੇ ਸਾਡੇ ਮੁਖ ਚੋਂ ਵਾਹਿਗੁਰੂ ਨਹੀਂ ਨਿਕਲਿਆ ਤਾਂ ਆਪਾਂ ਜਾਨ ਦੀ ਬਾਜੀ ਨੂੰ ਹਾਰ ਜਾਵਾਂਗੇ। ਮੇਨ ਮਨੋਰਥ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਨਾਮ ਜਪਦੇ ਰਹੋ ਜਪਦੇ ਰਹੋ ਜਪਦੇ ਰਹੋ। ਕਿਉਂ? ਕਿਉਂਕਿ ਸਾਨੂੰ ਪਤਾ ਨਹੀਂ ਸਾਡੇ ਕੋਲੇ ਸਵਾਸ ਕਿੰਨੇ ਕਾ, ਸਾਡੇ ਕੋਲੇ ਕਿੰਨੇ ਕੁ ਸਵਾਸ ਬਚੇ ਆ। 1 ਸਾਲ ਦੇ ਬੱਚੇ ਆ, 10 ਸਾਲ ਦੇ ਬੱਚੇ ਆ, 1 ਦਿਨ ਦੇ ਬੱਚੇ ਆ, 1 ਘੰਟੇ ਦੇ ਬੱਚੇ ਆ, ਪਤਾ ਹੀ ਨਹੀਂ ਗੁਪਤ। ਇਸ ਕਰਕੇ ਅਸੀਂ ਜਪੀ ਜਾਣਾ ਕਿ ਜਦੋਂ ਮਰਜ਼ੀ ਸਾਡਾ ਲਾਸਟ ਸਵਾਸ ਆ ਜੇ ਸਾਡੇ ਮੂੰਹ ਦੇ ਵਿੱਚੋਂ ਨਿਕਲ ਜੇ ਵਾਹਿਗੁਰੂ। ਜੇ ਸਾਡੇ ਮੂੰਹ ਦੇ ਵਿੱਚੋਂ ਇਹ ਨਿਕਲ ਗਿਆ ਆਪਾਂ ਕਰਕੇ ਆਪਣਾ ਜਨਮ ਮਰਨ ਖੰਡਨ ਹੋ ਗਿਆ, ਅਸੀਂ ਮਾਲਕ ਦੇ ਵਿੱਚ ਸਮਾ। ਜੇ ਸਾਡੇ ਮੁਖ ਦੇ ਵਿੱਚੋਂ ਲਾਸਟ ਵਾਰ ਜਿਹੜੀ ਚਿੰਤਾ ਦੇ ਵਿੱਚ ਮਰਾਂਗੇ, ਜਿਹੜੀ ਚਿੰਤਾ ਦੇ ਵਿੱਚ ਸਾਡਾ ਲਾਸਟ ਸਵਾਸ ਹੋਏਗਾ ਸਾਨੂੰ ਉਹ ਹੀ ਜਨਮ ਮਿਲ ਜਾਣਾ ਹੈ। ਅਗਲਾ ਆਪਣਾ ਜਨਮ ਜਿਹੜਾ ਹੋਏਗਾ ਉਹ ਆਪਣੇ ਹੱਥ ਦੇ ਵਿੱਚ ਹੈ। ਜਿਹੜੀ ਚੀਜ਼ ਦੇ ਜ਼ਿਆਦਾ ਆਪਾਂ ਪਿਆਰ ਕਰਾਂਗੇ ਉਧਰ ਹੀ ਸਾਡਾ ਧਿਆਨ ਜਾਏਗਾ, ਉਧਰ ਸਾਡਾ ਧਿਆਨ ਜਾਏਗਾ, ਉੱਥੇ ਸਾਡਾ ਸਵਾਸ ਮੁੱਕ ਗਿਆ, ਸਾਨੂੰ ਅਗਲਾ ਜਨਮ ਮਿਲ ਜਾਣਾ। ਇਸ ਕਰਕੇ ਅਸੀਂ ਵੀ ਸਾਵਧਾਨ ਰਹਿਣਾ, ਹਰ ਵਕਤ ਹਰ ਘੜੀ ਇਹੀ ਸੋਚਣਾ ਕਿ ਸਾਡਾ ਕਦੇ ਵੀ ਇਹ ਸਵਾਸ ਲਾਸਟ ਹੋ ਸਕਦਾ ਹੈ। ਅਸੀਂ ਹਰ ਇੱਕ ਸਵਾਸ ਦੇ ਵਿੱਚ ਮਾਲਕ ਦੀ ਆਰਾਧਨਾ ਕਰਨੀ, ਪਹਿਲੀ ਗੱਲ। ਦੂਜੀ ਗੱਲ ਜਿਹੜੇ ਕਰਮ ਦੀ ਗੱਲ ਹੈ ਕਿ ਕਰਮ ਲਿਖਦੇ ਆ ਆਪਾਂ। ਭਗਤ ਫਰੀਦ ਵੀ ਸਾਨੂੰ ਕਹਿੰਦੇ ਆ, ਕਹਿੰਦੇ ਪਹਿਲਾਂ ਤੇ ਜੋ ਹੋਣਾ ਸੀ ਹੋ ਗਿਆ, ਤੂੰ ਹੁਣ ਅੱਗੇ ਵਾਸਤੇ ਆਪਣੇ ਕਰਮ ਵਧੀਆ ਲਿਖ ਲੈ, ਚਿੱਟੇ ਲੇਖ ਲਿਖ ਲੈ ਤਾਂ ਕਿ ਤੇਰਾ ਆਉਣਾ ਜਾਣਾ ਸਫਲ ਹੋ ਜਾਵੇ। ਪਰ ਗੁਰੂ ਅਸੀਂ ਪਰਵਾਹ ਨਹੀਂ ਕਰਦੇ। ਭਗਤ ਫਰੀਦ ਕਹਿ ਰਹੇ ਹੈ, ਫਰੀਦਾ ਜੇ ਤੂੰ ਆਖਰ ਲਤੀਫ ਕਾਲੇ ਲੇਖ ਨਾ ਲੇਖ। ਕਹਿੰਦੇ ਕਾਲੇ ਲੇਖ ਨਾ ਤੂੰ ਲਿਖ, ਜੇ ਆਖਰ ਵਾਲਾ ਕਹਾਉਣਾ, ਜੇ ਤੂੰ ਸਿਆਣਾ ਸਮਝ ਫਿਰ ਲੇਖ ਵਧੀਆ ਕਿਵੇਂ ਲਿਖੀ। ਅਸੀਂ ਲੇਖ ਕਦੋਂ ਲਿਖਦੇ ਹਾਂ? ਅਸੀਂ ਲਿਖਦੇ ਹਾਂ ਜਾਂ ਕੋਈ ਸਾਡੇ ਲੇਖ ਹੋਰ ਲਿਖਦਾ, ਧਰਮਰਾਜ ਲਿਖਦਾ ਜਾਂ ਚਿੱਤਰਗੁਪਤ ਲਿਖਦਾ? ਕੌਣ ਲਿਖਦਾ ਸਾਡੇ ਲੇਖ? ਸਾਡੇ ਲੇਖ ਗੁਰਮੁਖੋ ਅਸੀਂ ਆਪ ਲਿਖਦੇ ਹਾਂ। ਸਾਡੇ ਲੇਖ ਅਸੀਂ ਆਪ ਲਿਖਦੇ ਹਾਂ। ਪਰ ਸੰਗਤ ਨੇ ਨਹੀਂ ਮੰਨਣਾ ਕਿ ਵੀਰ ਜੀ ਸਾਡੇ ਕੋਲੇ ਕਿਹੜਾ ਪੈਨ ਹੈ, ਸਾਡੇ ਕੋਲੇ ਕੀ ਹੈ, ਅਸੀਂ ਕਦੋਂ ਲਿਖਦੇ ਹਾਂ। ਹਾਂ ਗੁਰਮੁਖੋ ਸਾਡੇ ਲੇਖ ਹੋਰ ਕੋਈ ਨਹੀਂ ਲਿਖਦਾ, ਨਾ ਧਰਮਰਾਜ ਦੀ ਡਿਊਟੀ ਲੇਖ ਲਿਖਣ ਦੀ,
ना चित्रगुप्त जी ड्यूटी लेख लिखण की। असी अपने लेख आप लिख कदों लिखते जो साडे मन दे विच असी सोच रहा वो लिखिया गया। ਜਾਂ ਤੁਸੀਂ ਚੰਗਾ ਸੋਚ ਲਓ ਜਾਂ ਤੁਸੀਂ ਮਾੜਾ ਸੋਚ ਲਓ, ਜਾਂ ਤੁਸੀਂ ਉਹ ਦਿਨ ਦੇ ਵਿੱਚ ਸੋਚ ਲਓ ਜਾਂ ਰਾਤ ਦੇ ਵਿੱਚ ਸੋਚ ਲਓ। ਕਦੋਂ ਵੀ ਸੋਚੋਗੇ ਜਿਹੜਾ ਤੁਸੀਂ ਸੋਚ ਲਿਆ ਉਹ ਤੁਹਾਡਾ ਲਿਖਿਆ ਗਿਆ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਫਿਰ ਤੁਸੀਂ ਬਾਅਦ ਦੇ ਵਿੱਚ ਮੁਕਰੋਗੇ ਜਦੋਂ ਜਾ ਕੇ ਹਿਸਾਬ ਕਿਤਾਬ ਹੋਵੇ। ਉਦੋਂ ਮਾਲਕ ਨੂੰ ਵੀ ਪਤਾ ਸੀ ਵੀ ਇਹ ਮੁਕਰਨਗੇ। आप कैमरे नाल कैमरे की टैक्नोलॉजी हुणे आई है ना, 50 साल तो आई होनी, 60 साल तो आ गई होनी कैमरे की टैक्नोलॉजी। पर मालिक के घर कैमरे की टैक्नोलॉजी पता कदों की है, जदों भी पृथ्वी साडी। मालिक ने साडे नाल सिविल सिक्योरिटी लाई हुई है जिन्हों चित्र ते गुप्त कहते हैं। वो साडे अगे पिछे घूमते रहते हैं, वो हर वक्त नोट करते हैं असी की कर रहे हैं, या चंगा कर रहे हैं या माड़ा कर रहे हैं। जिहड़ा चित्र है वो फोटोआं खिंचदा है, जिहड़ा गुप्त है वो लिख रहा है उदा, ताकि बंदा मौके ते मुकर ना जाए कि मैं तो ये पाप कीते ही। लिख असी भी रहे हैं, दो पासे दो कॉपियां चल रही हैं, एक पासे असी लिख रहे हैं एक पासे वो लिख रहे हैं, पर नवेड़ा साडे लिखे दे उत्ते होना है। ਜਿਹੜਾ ਨਵੇੜਾ है ना वो साडे लिखे हुए के उत्ते होना है। असी की लिखिया, जो असी मन दे विच सोच लिया वो लिखिया गया। इस करके तुहाडे चरनां दे विच बेनती है किसी दा माड़ा सोचो ना। करन दी ते दूर दी गल है मुखो, किसी आपां थप्पड़ मारिया किसी दे ना, ये दूर दी गल है। जे असी मन च सोच भी लिया ना भी इस मैं पुट्टू थप्पड़ां दे नाल, वो लिखिया गया। समझ लो तुसी कुट लिया अते थोड़ा चंगा कीता होया भी 10 गुणा वधूगा, माड़ा कीता होया भी 10 गुणा वधूगा। इस करके सानू क्यों कहते हैं हर वक्त चंगा बोलो, चंगा सोचो, चंगा देखो, चंगा सुनो, तां कह रहे ताकि साडा लिखिया सुनहरी सुनहरी अखरां दे विच साडा चंगा लिखिया। जदों किते बहने हो चंगे बंदे कोल बैठो, चंगा बोलो। जे वो बंदा माड़ा बोलता है उस को पासा वट जो उहदे कोलों, जे वो बंदा गलत देखता है पासा वट जो उहदे कोलों। चंगा बोलो, चंगा देखो, चंगा सुनो। ये आदतां बनाओ अपने विच। जे कोई दूजा जीव निंदा चुगली कर रहे ना, तो जिन्ना जीव निंदा चुगली करने वाले नूं पाप लगेगा, जिन्ना उहदा मूँह काला होएगा उन्ना ही सुनने वाला भी अपराधी है। पर तुसीं कहना वीर जी असीं तो सुनिया ही है, आपां ने सुनिया जे तां उसने निंदा कीती है। जे आपां सुनदे ना तो किहदे कोले करदा? पशुआं कोले तो निंदा करनों रहा, अपने कोले क्यों कीती? आपां ने सुनी, इस करके उसकी निंदा भी ना सुनो, बैर भी ना सुनो, विरोध भी ना सुनो। हुण कहोगे तुसीं कहोगे फिर की करिए? बस जदों अंदर पहुंच जाती है बड़े प्यार दे नाल कह दिया करो वाह, जदों बाहर पाउण आवे फिर कह दिया करो गुरु वाह, गुरु वाह, गुरु। जदों इनू प्यार दे नाल बोलोगे, लहजे दे नाल बोलोगे, गुरमुखों 5-7 दिनों के अंदर ही थोड़े मुख दे विचों मिठा मिठा अमृत चल पैना। मिठा मिठा अमृत, जिस अमृत नूं पी के आपां
जन्म मरण तो उत्ते उठ खड़ांगे, जन्म मरण तो उत्ते उठ खड़ांगे। तो आपां ये जन्म मरण के बंधनां चों निकल जांगे। इस अमृत आपां अमर हो जाएंगे। अमर मैं नहीं कह रहा, ये मेरा मालिक गुरबाणी दे विच समझा रहे। पातशाह कहते अमृत पीवै अमर सो होए, कहते अमृत पी के अमर होवांगे। इस करके आपां ने उपराला करना दुश्मन गुरमुखो वध तो वध, अते दुश्मन ने ये करन नहीं देना। आपां दुश्मन कौन है साडा? अज साडा कौन है दुश्मन? सब तो बड़ा सारिਆਂ ने निगाह मारनी, किसी ने किसी को कहना, किसी ने किसी को कहना, पर नहीं वो झूठे आ, वो दुश्मन नहीं है। साडे दुश्मन है साडे अंदर 5 चोर बैठे आ, साडे अंदर 5 चोर बैठे आ। वो साडे मन नूं टिकण नहीं दिंदे, वो दशा दशावां दे विच लई फिरदे। जिन्नी देर मन अपने घर नहीं बहिंदा उन्नी देर गुरमुखो शांति नहीं मिलदी। उन्हां चोरां तो बचो, वो चोरां तो बचो। चोरां कोलों बचण दा इक्को एक तरीका है, अपनी आवाज नूं आप सुनो, अपनी आवाज नूं आप सुनो, किसी की गल ना सुनो। कोई की कह रहे आपां नूं कोई मतलब नहीं, बस असी अपनी आवाज आप सुनो। जिद्दे सानू सुनने की आदत पैगी, समझ लो भवजल तक। हुण आपां फिर सुनने की आदत क्यों ना पई? हुण आपां करांगे घट्टो घट्ट 15 मिनट सिमरन, 15 मिनट सारियां ने मन तन ला के सिमरन करना। अते फिर 5-7 मिनट तुहानू सौण की समा दिता जाएगा। बैठे बैठे ने आपां ने सौना, पहला सिमरन फिर सौना। सौण का भाव सौ के आपां पता कित्थे जावांगे? जिथे मर के जाना, जिथे आपां ने मर के जाना उत्थे ही आपां ने सौ के जाना। इस करके हुण उत्थे जाण का समा भी दिता जाएगा। हुण आपां सारिआं ने सिमरन करना, एक दूजे के नाल लग के नहीं बहना, थोड़ा थोड़ा फर्क पा ले, ताकि कोई दूजा बंदा किसी को डिस्टर्ब ना करे, दुखी ना करे, किसी को वो बार बार हल्ली ना जाए, किते दूजे का भी ध्यान तोड़ दे। सारे बंदे आराम नाल बह जाओ, नेत्रां नूं करो बंद। पहला मन नूं घोटांगे, फिर आस्था विराग दे विच सिमरन करांगे। विराग दे विच सिमरन करके फिर आपां सुनदे जावांगे। जे किसी ने सुख लैना है, जे किसी ने देखना है किवें तन ठंडा हुंदा है, किवें मन ठंडा हुंदा है, किवें नेत्र ठंडे हुंदे आ, तां हुण उदां उदां मन दे जाइओ, जिद्दां जिद्दां इत्थों हुक्म मिलेगा उदां उदां करते जाइओ। देखिओ किदां तन भी ठंडा हो जाना है ते मन भी ठंडा हो जाना। करो जी शुरू। वाहिगुरू 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 वाहिगुरू
और प्यार ਦੇ ਵਿੱਚ ਕੁਝ ਵਾਹਿਗੁਰੂ ਜੀ ਦਰਾਂਗ ਦੇ ਵਿੱਚ सारी संगत अंतर ध्यान होकर श्रवण कर रहे हैं कर्मकला दास बोलेगा
ਜਿੰਨਾ ਗੁਰਮੁਖਾਂ ਨੂੰ ਨੀਂਦ ਆਉਂਦੀ ਹੈ ਉਹ ਗੁਰਮੁਖ ਸੌ ਸਕਦੇ ਹਨ। ਤੇ ਹੁਣ ਆਪਾਂ ਸ਼ਬਦ ਵਿਚਾਰਨਾ ਬੰਦ ਕਰਾਂਗੇ। ਹੁਣ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਵਾਜ਼ਾਂ ਮਾਰੀਆਂ ਨੇ ਤੇ ਹੁਣ ਆਪਾਂ ਧਿਆਨ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਵਾਜ਼ ਨੂੰ ਸੁਣਨਾ ਵਾਹਿਗੁਰੂ ਦੀ। ਉਹ ਆਵਾਜ਼ਾਂ ਕਿਵੇਂ ਨੇ? ਜਿਵੇਂ ਬਿਨਾਂ ਤਬਲੇ ਤੋਂ ਤਬਲਾ ਵੱਜਦਾ ਜਾਂ ਢੋਲਕੀ ਵੱਜਦੀ ਜਾਂ ਛਾਣੇ ਵੱਜਦੀ ਜਾਂ ਚਿੜੀਆਂ ਦੀ ਆਵਾਜ਼, ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਵਾਹਿਗੁਰੂ ਦੇ ਅੰਦਰੋਂ। ਉਹਨਾਂ ਨੂੰ ਇੱਕ ਮਨ ਚਿੱਤ ਹੋ ਕੇ ਧਿਆਨ ਨਾਲ ਸੁਣਦੇ। ਜਿਹੜੇ ਪੁਰਾਣੇ ਗੁਰਮੁਖ ਨੇ ਜਿਨ੍ਹਾਂ ਦੇ ਆਨੰਦ ਬਾਣੀ ਪ੍ਰਗਟ ਹੋ ਗਈ, ਉਸ ਆਨੰਦ ਬਾਣੀ ਨੂੰ ਧਿਆਨ ਨਾਲ ਸੁਣੋ ਵਾਹਿਗੁਰੂ ਜੀ। ਤੇ ਜਿਹੜੇ ਨਵੇਂ ਗੁਰਮੁਖ ਨੇ ਉਹਨਾਂ ਨੇ ਆਪਣਾ ਸਾਰਾ ਧਿਆਨ ਆਪਣੇ ਕੰਨਾਂ ਵਿੱਚ ਰੱਖਣਾ ਵਾਹਿਗੁਰੂ ਜੀ। ਸੁਣੋ ਜੀ ਵਾਹਿਗੁਰੂ। ਆਪਣੇ ਸਰਵਨਾਂ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਵਾਜ਼ ਨੂੰ ਸੁਣਿਆ ਤੇ ਹੁਣ ਆਪਣੇ ਮਿੱਤਰਾਂ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨੇ ਹਨ ਵਾਹਿਗੁਰੂ ਜੀ। ਹੁਣ ਆਪਾਂ ਨੇ ਆਪਣੇ ਨੱਕ ਦੀ ਨੋਕ ਦੇ ਨਜ਼ਦੀਕ ਦੇਖਦੇ ਹੋਏ ਥੋੜ੍ਹੇ ਜਿਹੇ ਨੇਤਰ ਖੋਲ੍ਹਣੇ ਹਨ ਵਾਹਿਗੁਰੂ ਜੀ। ਥੋੜ੍ਹੇ ਜਿਹੇ ਨੇਤਰ ਖੋਲ੍ਹ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨੇ ਹਨ ਵਾਹਿਗੁਰੂ ਜੀ। ਖੋਲ੍ਹੋ ਜੀ ਨੇਤਰ ਵਾਹਿਗੁਰੂ। ਹੁਣ ਇੱਥੇ ਪੁਰਾਣੇ ਗੁਰਮੁਖਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਕਾਸ਼ ਰੂਪ ਦੇ ਵਿੱਚ ਦਰਸ਼ਨ ਹੋ ਜਾਣਗੇ। ਜਿਹੜੇ ਨਵੇਂ ਗੁਰਮੁਖ ਹਨ ਉਹਨਾਂ ਨੂੰ ਇੱਥੇ ਧੁੰਦਲਾਪਣ ਦਿਖਾਈ ਦੇ ਰਿਹਾ ਹੋਊਗਾ। ਇਸ ਧੁੰਦਲੇਪਣ ਨੂੰ ਟਿਕਟਕੀ ਲਾ ਕੇ ਦੇਖਦੇ ਰਹਿਣਾ ਵਾਹਿਗੁਰੂ ਜੀ। ਰੋਜ਼ ਇਸ ਤਰ੍ਹਾਂ ਕਰਨ ਦੇ ਨਾਲ ਇਹ ਧੁੰਦਲਾਪਣ ਵੀ ਦੂਰ ਹੋ ਜਾਏਗਾ ਵਾਹਿਗੁਰੂ ਜੀ। ਸ਼ੀਸ਼ੇ ਦੀ ਤਰ੍ਹਾਂ ਉਹਨੂੰ ਵੀ ਪ੍ਰਕਾਸ਼ ਰੂਪ ਦਿਖਾਈ ਦੇਗਾ।
ਲਾ ਕੇ ਦੇਖਦੇ ਰਹਿਣਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਕਰਦੇ ਨਾਲ ਵਾਹਿਗੁਰੂ ਜੀ ਤੁਹਾਡਾ ਮਨ ਵੀ ਤੇ ਅੱਖਾਂ ਦੋਵੇਂ ਵੀ ਸਿੱਧਰ ਹੋ ਜਾਣਗੇ ਵਾਹਿਗੁਰੂ ਜੀ। ਤੇ ਉਹ ਦਿਨ ਦੂਰ ਨਹੀਂ ਜਦੋਂ ਨਵੇਂ ਗੁਰਮੁਖਾਂ ਨੂੰ ਵੀ ਇਸ ਤਰ੍ਹਾਂ ਪ੍ਰੈਕਟਿਸ ਕਰਨ ਨਾਲ ਸੰਭਾਲ ਕਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਸੋਹਣੀ ਪ੍ਰੈਕਟੀਕਲ, ਬਹੁਤ ਹੀ ਉਸ ਮਾਲਕ ਦੀ ਕਿਰਪਾ। ਆਪਾਂ ਇਹ ਦਿਨ ਦੇ ਵਿੱਚ ਕਦੇ ਵੀ ਕਰ ਸਕਦੇ ਹਾਂ ਜਦੋਂ ਆਪਾਂ ਨੂੰ ਟਾਈਮ ਲੱਗੇ। ਇਕੱਲੇ ਬੈਠ ਕੇ ਵੀ ਆਪਾਂ ਕਰ ਸਕਦੇ ਹਾਂ। ਇੱਕ ਅੱਧਾ ਸੰਗਤ ਹੋਰ ਨਾਲ ਮਿਲਦੇ ਤਾਂ ਬਹੁਤ ਵਧੀਆ, ਆਪਾਂ ਆਪਣਾ ਜੀਵਨ ਸਫਲ ਬਣਾ ਸਕਦੇ। ਸਾਰੀ ਸੰਗਤ ਨੇ ਇਸੇ ਤਰ੍ਹਾਂ ਹੀ ਬਾਰ ਬਾਰ ਕਿਰਪਾ ਜਿਹੜਾ ਮਾਲਕ ਰੱਖੇ ਸਾਰੀ ਸੰਗਤ ਦੇ। ਹੁਣ ਜੋ ਸਮਾਂ ਹੈ, जो 11 बजे का समा से 10-15 मिनट बाकी है। कोई भी मेरी भैन जो माता जो भाई जो अपने विचार दसना चाहता है वो जरूर दस। इस तो बाद 11 बजे अपनी समाप्ति है। फिर उस हुक्म परमात्मा के हुक्म अनुसार गाले पाने इस परिवार ने बड़ी अपार बख्श कृपा दूर देरों के संगतां ने चरण पाए हैं। सतगुर इस परिवार ने खजाने करेगा, नाम दियां दातां बख्शेगा, कीर्तन दियां दातां, अमृत दियां दातां। जिस तरह छोटा बच्चा कीर्तन करता ना सीखता है जमाया, सारे वो मालक सब थोड़ियाँ पाते हैं, क्योंकि जिन्होंने इन्ना प्यार सत्कार उस मेरे मालक ने किया है। क्योंकि संगतां नाल जो प्यार कर लिया, संगतां गुरु घर आ गई तो मेरा मालक आ गया। जिस संगत हर तरफ बसे वो संगत तो दूर नहीं। ये आप इस परिवार ने सोचना है कि अज मालक साढ़े घरे है। बड़ा ही सुंदर समा है, बहुत ही सोहने घड़ियां ने जिहड़ा मेरा मालक इत्थे इस ग्रह विराजमान है। सब कुछ कृपा करनगे। हुण भी किसी माई भाई का जब कोई सवाल है या कोई अपने विचार दसना चाहता है वो जरूर दसो। हाँ भाई सारे सत श्री अकाल। वाहिगुरू जी का खालसा वाहिगुरू जी की फतेह। काफ़ी टाइम तो मम्मी साडे बाबा जी का कीर्तन सुन रही सी, 3-4 बजे आके दर्शन करके आए। घरे दसिया कि भी
ਉੱਥੇ ਐਸੇ ਕੇ ਪਾਠ ਸਿਖਾਉਂਦੇ ਆ ਤੇ ਐ ਮਨ ਖੁਸ਼ ਹੁੰਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ। ਤੇ ਫਿਰ ਹੁਣ ਦੁਬਾਰਾ ਪੰਜਾਬ 'ਚ ਲੁਧਿਆਣੇ ਜਾ ਕੇ ਆਏ, ਫਿਰ ਬਠਿੰਡੇ ਕੋਲ ਜਾ ਕੇ ਆਏ, ਘਰੇ ਗੱਲਾਂ ਕੀਤੀਆਂ। ਫਿਰ ਮੈਂ ਮੰਮੀ ਆਪਾਂ ਵੀ ਕਰਵਾਈਏ, ਤੇ ਮੈਨੂੰ ਕਹਿੰਦੇ ਵੀ ਤੂੰ ਸੁੱਚਮ ਰੱਖ ਲਏਗਾ ਕੋਈ ਕਰਾ ਲਾਂਗੇ। ਮੈਂ ਮੰਮੀ ਜੇ ਤੂੰ ਖੁਸ਼ ਹੈ ਤਾਂ ਕਰਾ ਸਾਰਾ ਮੈਂ ਵੀ ਖੁਸ਼ ਹਾਂ। ਤੇ ਫਿਰ ਪਰਮਾਤਮਾ ਦੀ ਮਿਹਰ ਹੋਈ, ਬਾਬਾ ਜੀ ਨੇ ਟਾਈਮ ਦਿੱਤਾ ਵੀ 17 ਤਰੀਕ ਨੂੰ ਅਸੀਂ ਆ ਜਾਵਾਂਗੇ। ਪਰ ਪਰਮਾਤਮਾ ਪੂਰੀ ਮਿਹਰ ਰਹੀ, ਸਾਰਾ ਪ੍ਰੋਗਰਾਮ ਸੋਹਣਾ ਹੋ ਗਿਆ, ਮਨ ਨੂੰ ਬੜੀ ਸ਼ਾਂਤੀ ਮਿਲੀ। ਤੇ ਪਰਮਾਤਮਾ ਐਂ ਮਿਹਰ ਭਰਿਆ ਹੱਥ ਰੱਖੇ ਕਿ ਗਾਂ ਨੂੰ ਬਾਬਾ ਜੀ ਦਰਸ਼ਨ ਦਿੰਦੇ ਰਹਿਣ, ਪਰਿਵਾਰ ਦੇ ਮਿਹਰ ਭਰਿਆ ਹੱਥ ਰੱਖਣ। ਤੇ ਸਾਰੇ ਸੰਗਤ ਜੋ ਵੀ ਆਈ ਹੈ ਉਹਨਾਂ ਵੀ ਸਤਿਕਾਰ ਹੋਵੇ, ਉਹਨਾਂ ਦਾ ਵੀ ਭਾਗ ਲਿਖ ਕੇ ਲੱਗਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਸਨ ਭਾਈ ਅਮਨਦੀਪ ਸਿੰਘ ਜੀ, ਜਿਹੜੇ ਬੜੇ ਪਹਿਲੇ ਦਿਨੋਂ ਆਪਣੇ ਸੰਗਤਾਂ ਦਾ ਸਤਿਕਾਰ ਕਰ ਰਹੇ ਨੇ, ਜੋ ਆਪਣੀ ਮਾਤਾ ਸਾਹਿਬ ਦੇ ਕਹਿਣ ਤੇ ਉਹਨਾਂ ਨੇ ਸੰਗਤ ਕੀਤੀ। ਉਹ ਸੰਗਤ ਦੇ ਵਿੱਚ ਗਏ, ਦੇਖੋ ਇੱਕ ਜੀ ਘਰ ਦਾ ਗਿਆ, ਆ ਕੇ ਉਹਨੇ ਵਿਚਾਰ ਮਸਲਾ ਕੀਤੇ ਘਰ ਦੇ ਵਿੱਚ ਕਿ ਉਹ ਇਸ ਤਰ੍ਹਾਂ ਦੀ ਸੰਗਤ ਹੈ, ਇਸ ਤਰ੍ਹਾਂ ਉੱਥੇ ਮਾਲਕ ਦੀ ਕਿਰਪਾ ਹੁੰਦੀ ਹੈ। ਤਾਂ ਸਾਡੇ ਭਾਈ ਸਾਹਿਬ ਅਮਨਦੀਪ ਸਿੰਘ ਜੀ ਉਸ ਮੇਰੇ ਮਾਲਕ ਦੇ ਚਰਨ ਪਾਉਣ ਵਾਸਤੇ ਘਰੇ ਤਿਆਰ ਹੋ ਗਏ। ਇਸ ਤਰ੍ਹਾਂ ਹੀ ਆਪਾਂ ਵੀ ਉਪਰਾਲੇ ਕਰੀਏ, ਇਸ ਤਰ੍ਹਾਂ ਆਪਾਂ ਵੀ ਉਪਰਾਲੇ ਕਰੀਏ, ਸਾਰੀ ਸੰਗਤ ਵਿਚਾਰ ਕਰੇ ਚੀਜ਼ 'ਤੇ, ਕਿਉਂ ਜਿੱਥੇ ਮੇਰਾ ਮਾਲਕ ਆਪ ਆ ਜਾਂਦਾ ਨਾ, ਉਹ ਬੜੀ ਅਪਾਰ ਬਖਸ਼ ਕਿਰਪਾ ਉਸ ਪਰਿਵਾਰ 'ਤੇ। ਹੋਰ ਵੀ ਕੋਈ ਮਾਈ ਭੈਣ ਕੋਈ ਵੀ ਆਪਣਾ ਵਿਸ਼ਾਨ ਕਰਨਾ ਚਾਹੁੰਦਾ ਹੈ ਮਹਾਰਾਜ ਦੇ ਪ੍ਰਤੀ ਗੁਰੂ ਦੇ, ਵਾਹਿਗੁਰੂ ਮਾਤਾ ਜੀ ਕਿੱਥੇ ਨੇ? ਨਹੀਂ ਅਮਨਦੀਪ ਜੀ ਆਓ, ਤੁਸੀਂ ਆਓ। ਘਰ ਦੇ ਮੈਂਬਰ ਹਨ ਨਾ, ਉਹ ਸਾਰੇ ਜ਼ਰੂਰ ਆਪਣੇ ਵਿਚਾਰ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੇ YouTube ਤੇ ਸੁਣ ਵੀਡੀਓ ਬਹੁਤ ਮਨ ਨੂੰ ਸ਼ਾਂਤੀ ਮਿਲੀ, ਬਹੁਤ ਜ਼ਿਆਦਾ। ਤੇ ਅਸੀਂ ਉਸ ਤੋਂ ਬਾਅਦ ਸੁਣਨ ਲੱਗੇ, ਜਦੋਂ ਲਗਾਤਾਰ ਹੀ ਜਿਹੜਾ ਸੁਣੀ ਗਏ ਜੀ। ਤੇ ਬਾਅਦ ਵਿੱਚ ਬਸ 1.5 ਮਹੀਨਾ ਹੋਇਆ, 2 ਹੋ ਗਏ ਹੋਣੇ ਉਹਦੇ ਟੈਲੀਗ੍ਰਾਮ ਨਾਲ ਜੁੜੇ ਹੈ। ਤੇ 2 ਵਾਰ ਲੁਧਿਆਣੇ ਜਾ ਕੇ ਕੀਤੀ, ਉੱਥੇ ਸਵਾਗਤ ਸੀ ਉਹ ਅਟੈਂਡ ਕੀਤਾ। ਬਹੁਤ ਹੀ ਮਨ ਲੱਗਿਆ, ਬਹੁਤ ਹੀ ਦਿਲ ਨੂੰ ਵਿਸ਼ਵਾਸ ਆਇਆ। ਵਾਹਿਗੁਰੂ ਜੀ ਹਾਂਜੀ, ਬਹੁਤ ਮਨ ਨੂੰ ਸ਼ਰਧਾ ਹੈ ਵਾਹਿਗੁਰੂ ਜੀ। ਬਠਿੰਡੇ ਗਏ, ਬੁੱਲੇ ਉੱਥੇ ਵੀ ਵੀਰ ਦਾ ਸਮਾਗਮ ਅਟੈਂਡ ਕੀਤਾ। ਉਸ ਤੋਂ ਬਾਅਦ ਵੀ ਉੱਥੇ ਵੀਰ ਨੂੰ ਅਸੀਂ ਕਿਹਾ ਤੇ ਸਾਡੀ ਕਹਿੰਦੇ ਕਿ ਤੁਹਾਨੂੰ ਕਿਸੇ ਨੇ ਆਇਆ ਨਹੀਂ ਕੁਝ ਕਿਹਾ ਵੀ ਘਰੇ ਰੋਕਿਆ ਨਹੀਂ ਕਿਸੇ ਨੇ। ਥੋੜਾ ਅਮਨਦੀਪ ਸਾਰੀ ਸੰਗਤ ਇਹਨਾਂ ਦਾ ਬਹੁਤ ਕਿਸੇ ਨੇ ਕੁਝ ਨਹੀਂ ਦੇ ਕੋਈ ਹੋਏ ਬਹੁਤ ਮਨ ਨੂੰ ਖੁਸ਼ੀ ਮਿਲੀ ਹੈ। ਤੇ ਸਾਰੇ ਸਿਮਰਨ ਕਰਿਆ ਕਰੋ। ਸਿਮਰਨ ਕਰਨ ਨਾਲ ਹੀ ਮਨ ਤੇ ਤਨ ਦੇ ਦੁੱਖ ਦੂਰ ਹੁੰਦੇ ਆ। ਸਾਰੀ ਸੰਗਤ ਨੂੰ ਬੇਨਤੀ ਹੈ, ਸਿਮਰਨ ਵਿੱਚ ਹੀ ਸਭ ਕੁਝ ਹੈ। ਵਾਹਿਗੁਰੂ ਸਿਮਰਨ ਕਰਿਆ ਕਰੋ, ਵੱਧ ਤੋਂ ਵੱਧ ਸਿਮਰਨ ਕਰਿਆ ਕਰੋ, ਵੱਧ ਤੋਂ ਵੱਧ ਸਿਮਰਨ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੰਗਤ ਬਹੁਤ ਚੁੱਪ ਬੈਠੀ ਹੈ, ਅੰਦਰ ਬਹੁਤ ਕੁਛ ਲਈ ਬੈਠੀ ਹੈ, ਅੱਗੇ ਨਹੀਂ ਆ ਰਹੀ। ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਵਿਚਾਰ ਆਪਣੇ ਰੱਖੋ ਬਾਹਰ। ਆਪਾਂ ਅੰਦਰ ਦੇ ਵਿਚਾਰ ਬਾਹਰ ਰੱਖਾਂਗੇ ਤਾਂ ਸਾਡਾ ਮਨ ਖੁੱਲ੍ਹੇਗਾ, ਉਸ ਪਰਮਾਤਮਾ ਦੇ ਪ੍ਰਤੀ ਸਾਡੇ ਅੰਦਰੋਂ ਰਾਗ ਆਏਗਾ। ਤੇ ਹੁਣ ਮੈਂ ਬੇਨਤੀ ਕਰੂੰਗਾ ਅਮਨਦੀਪ ਜੋ ਸਿੰਘ ਹੈ, ਉਹਨਾਂ ਦੇ ਜੋ ਘਰੋਂ ਨੇ ਜੋ ਮਹਿਲ ਮੈਨੂੰ ਪਤਾ ਨਹੀਂ, ਉਹ ਵੀ ਆ ਕੇ ਆਪਣੇ ਵਿਚਾਰ ਸਾਂਝੇ ਕਰਦੇ।
आ जाओ बेटा नहीं आ जाओ सब चल फोटो खींच लो आ जाओ नहीं होगी फोटो आओ बेटा वाह कि जयकारा हो रहा बोले सोनिहाल ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਹੈ ਥੋੜਾ ਜਿਹਾ ਪਰ ਮੈਂ ਇਹਨਾਂ ਵੱਲੋਂ ਦੱਸਦਾ ਵੀ ਇਹਨਾਂ ਨੇ ਜਿਵੇਂ ਬਾਬਾ ਜੀ ਨੇ ਦੱਸਿਆ ਸ੍ਰੀ ਗਿਆਨ ਦਿੱਤਾ ਵੀ ਜਿਹੜੇ ਪੰਜ ਚੋਰ ਆਪਣੇ ਅੰਦਰ ਹੈ ਬਾਹਰੀ ਦੁਨੀਆ ਦੇ ਵਿੱਚ ਕੁਛ ਨਹੀਂ ਦੇਖਣਾ ਆਪਦੇ ਅੰਦਰਲੇ ਜਿਹੜੇ ਚੋਰ ਆ ਉਹਨਾਂ ਨੂੰ ਫੜੋ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਾਂਗੇ ਤਾਂ ਆਪੇ ਹੀ ਗੁਰੂ ਦੇ ਲੜ ਲੱਗ ਜਾਵਾਂਗੇ ਆਪਾਂ ਸਾਰੇ। ਉਹ ਚੋਰ ਬਾਬਾ ਜੀ ਨੇ ਵਿਆਖਿਆ ਕਰਕੇ ਦੱਸਿਆ ਆਪਾਂ ਨੂੰ ਕਿ ਮਨ ਚੰਚਲ ਹੋ ਜਾਂਦਾ ਮਨ ਭਟਕ ਜਾਂਦਾ ਹੈ ਕਿਵੇਂ ਆਪਾਂ ਉਹਦੇ ਆਖੇ ਲੱਗ ਕੇ ਗਲਤ ਕੰਮ ਹੋ ਜਾਂਦੇ ਆ ਜਦੋਂ ਆਪਣਾ ਭੌਤਿਕ